अपना आडियो मैसेज किया है कि यह संभाल के रख लो। ਉਹਦੇ ਤੇ ਉਹਨੇ ਕਸਮ ਦਿੱਤੀ ਤੇ ਮੈਂ ਉਹਦੇ ਤੇ ਕਸਮ ਤੇ ਫਿਰ ਮੈਨੂੰ ਫਿਰ ਤਬਾਰ ਕਰਨਾ ਪੈਂਦਾ ਮੁਸਲਮਾਨਾਂ ਤੇ ਕ੍ਰਿਟਿਸਾਈਜ਼ ਕਰਨਾ ਚਾਹੁੰਦਾ ਤੇ ਮੁਸਲਮਾਨਾਂ ਨੂੰ ਅੱਛਾ ਬਣ ਕੇ ਵਹਾਏ ਨਾ, ਮੁਸਲਮਾਨ ਬਿਹਤਰ ਬਣ ਕੇ ਵਹਾਏ, ਆਪਣਾ ਸਬੂਤ ਪੇਸ਼ ਕਰੇ ਕਿ ਉਹ ਵੇਖੋ ਹੁਣ ਉਹਨੂੰ ਜਵਾਬ ਤੇ ਆਉਂਦਾ ਹੀ ਨਹੀਂ। ਉਹਦੇ ਦਿਮਾਗ ਦੇ ਵਿੱਚ ਇੱਕ ਐਸਾ ਉਹ ਹੈ ਨਾ ਕੀੜਾ ਸੱਟ ਮਾਰਦਾ, ਉਹਨੂੰ ਮੁਸਲਮਾਨਾਂ ਦੀਆਂ ਗਲਤੀਆਂ ਦਿਸਦੀਆਂ ਨੇ, ਮਰਜ਼ਾਈਆਂ ਦੀਆਂ ਦਿਸਦੀਆਂ ਕੋਈ ਨਹੀਂ। ਹਾਲਾਂਕਿ ਮਰਜ਼ਾਈਆਂ ਦੇ ਵਿੱਚ ਮੁਸਲਮਾਨਾਂ ਨਾਲੋਂ ਵੱਡੀਆਂ ਬੁਰਾਈਆਂ ਪਾਈਆਂ ਜਾਂਦੀਆਂ। ਮੁਸਲਮਾਨਾਂ ਨੇ ਮੁਸਲਮਾਨਾਂ ਨਾਲ ਜੋ ਕੀਤਾ, ਗਾਲ ਕੱਢੀ ਏ, ਲੜਾਈ ਕੀਤੀ ਏ, ਧਮਕੀ ਦਿੱਤੀ ਏ, ਕਤਲ ਕੀਤਾ ਏ, ਜ਼ਮੀਨ ਖੋਈ ਏ, ਦੁਕਾਨਾਂ ਖੋਈਆਂ ਨੇ, ਇਹਦੇ ਨਾਲ ਵੱਡੇ ਵੱਡੇ ਕੰਮ ਮਰਜ਼ਾਈਆਂ। ਇਹ ਜਮੀਲ ਨਹੀਂ ਮਿਰਜ਼ਾਈ ਮਿਸਟਰ ਬੰਬਾਸਟਿਕ, ਉਹਦੀਆਂ 6 ਦੁਕਾਨਾਂ ਉੱਥੇ ਗੋਲ ਬਾਜ਼ਾਰ ਰਬਵੇ ਖੋਈਆਂ ਨੇ ਮਰਜ਼ਾਈਆਂ ਨੇ, ਖੋ ਕੇ ਬੈਠੇ ਨੇ, ਕਬਜ਼ਾ ਕਰਕੇ ਬੈਠੇ ਨੇ। ਲੇਕਿਨ ਇਹਨੂੰ ਉਹ ਨਜ਼ਰ ਨਹੀਂ ਆਉਂਦੀਆਂ। ਇਹਦੇ ਦਿਮਾਗ ਦੇ ਵਿੱਚ ਕੀੜਾ ਸਿਰਫ ਔਰ ਸਿਰਫ ਮੁਸਲਮਾਨ ਦੇ ਖਿਲਾਫ, ਇਸਲਾਮ ਦੇ ਖਿਲਾਫ। ਮਿਰਜ਼ਈਆਂ ਕੋਲ ਪਾਵਰ ਨਹੀਂ, ਅਗਰ ਇਹਨਾਂ ਕੋਲ ਪਾਵਰ ਹੋਏ ਤਾਂ ਇਹ ਪਾਕਿਸਤਾਨ ਵਿੱਚ ਹਿਟਲਰ ਬਣ ਜਾਣ, ਇਹ ਫਿਰੌਨ ਬਣ ਜਾਣ, ਬੱਚੇ ਸਾਡੇ ਕਤਲ ਕਰ ਦੇਣ। ਪਾਵਰ ਵਿੱਚ ਕੋਈ ਨਹੀਂ, ਇਹਨਾਂ ਕੋਲ ਤਾਕਤ ਹੀ ਕੋਈ ਨਹੀਂ, ਨਾ ਦੁਨੀਆ 'ਚ ਇਹਨਾਂ ਦੀ ਕੋਈ ਪਹਿਚਾਣ ਹੈ, ਨਾ ਇਹਨਾਂ ਦੀ ਕੋਈ ਆਬਾਦੀ ਹੈ। ਆਟੇ ਵਿੱਚ ਲੂਣ ਵੀ ਨਹੀਂ ਪਾਕਿਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਬਲਕਿ ਇਹ ਇਹਨਾਂ ਦੀ ਮਜਬੂਰੀ, ਇਹ ਇਹਨਾਂ ਦੀ ਮਸਲਾ ਹੈ। ਬਿਲਕੁਲ ਸਹੀ ਤੁਸੀਂ ਫਰਮਾਇਆ। ਕੋਈ ਨਹੀਂ, ਇਹਨਾਂ ਨੂੰ ਨਾ ਇਹੋ ਜਿਹੇ ਬੰਦੇ ਪਹਿਲੇ ਵੀ ਵਿਰਾਸਤ ਵਿੱਚ ਮਿਲਦੇ ਰਹੇ ਨੇ ਜਿਹੜੇ ਆਸਤੀਨ ਦੇ ਸੱਪ ਬਣ ਕੇ ਆਪਣੇ ਮੁਸਲਮਾਨਾਂ ਨੂੰ ਡੰਗਣਾ ਚਾਹੁੰਦੇ ਨੇ। ਉਧਰ ਨਹੀਂ ਜਾਂਦੇ, ਦੁਸ਼ਮਣ ਵੱਲ ਨਹੀਂ ਜਾਂਦੇ। ਭਾਈ ਉਹ ਦੁਸ਼ਮਣ ਨੇ ਇਸਲਾਮ ਦੇ, ਅਹਿਲੇ ਇਸਲਾਮ ਦੇ। ਤੁਸੀਂ ਉਧਰ ਜਾਓ, ਤੁਸੀਂ ਉਹਨਾਂ ਨੂੰ ਜਾ ਕੇ ਲੜੋ, ਉਹਨਾਂ ਨਾਲ ਕੋਈ ਕਰਕੇ ਵਹਾਓ, ਕੋਈ ਮੁਕਾਬਲਾ, ਆਪਣੇ ਆਪ ਨੂੰ ਪ੍ਰੂਵ ਕਰ, ਸਬੂਤ ਦੇ ਤੌਰ ਤੇ ਪੇਸ਼ ਕਰੋ ਕਿ ਦੇਖੋ ਅਸੀਂ ਮੁਖਾਲਿਫ ਨੂੰ ਇੰਜ ਚਿੱਤ ਕੀਤਾ, ਤੁਸੀਂ ਵੀ ਇੰਜ ਚਿੱਤ ਕਰਕੇ ਵਹਾਓ। ਤੇ ਆਪ ਕੀਤਾ ਨਹੀਂ ਕਿਸੇ ਨੂੰ, ਤੇ ਮੁਸਲਮਾਨਾਂ ਦੀ ਰੋਜ਼ ਕਦੇ ਇਹਦੀ ਕੁੰਡੀ ਪਾ ਕੇ ਲੱਤ ਖਿੱਚਣੀ, ਕਦੇ ਉਹਦੀ ਲੱਤ ਪਾ ਕੇ ਕੁੰਡੀ ਖਿੱਚਣੀ। ਕੋਈ ਇਨਸਾਨਾਂ ਵਾਲਾ ਕੰਮ ਕਰੋ, ਕੋਈ ਆਪਣਾ ਆਪ ਕਰਕੇ ਜਾਂ ਵਹਾਓ। ਤੇ ਨਹੀਂ ਤੇ ਜਾਓ ਜਾ ਕੇ ਆਪਣਾ ਧੰਦਾ ਕਰੋ, ਜਾ ਕੇ ਨਿਆਣੇ ਪਿਓ ਰੱਖ ਜਾਣ ਪੈਂਦੇ, ਨਿਆਣੇ ਪਿਓ ਰੋਂਦੇ ਨਹੀਂ, ਜਾ ਕੇ ਨਿਆਣਿਆਂ ਨੂੰ ਰੋਟੀ ਖਵਾ ਮੁਫਤ ਦਾ ਦਿਮਾਗ ਚੱਟਣ ਲੱਗੇ। ਆਮਨ ਜੀ ਸਾਹਿਬ ਉਹ ਤੇ ਸਾਰਿਆਂ ਦੇ ਰੋਂਦੇ, ਤੁਹਾਡੇ ਨਿੱਕੇ ਹੁੰਦੇ ਨਹੀਂ ਸਭ ਰੋਂਦੇ, ਜਾਂ ਕਹਿ ਦੋ ਨਹੀਂ ਸਭ ਰੋਂਦੇ। ਮੇਰੇ ਨਿੱਕੇ ਰੋਂਦੇ ਸੀ ਤੇ ਮੈਂ ਨਵਾਂ ਜਨਰੇਟਰ ਜਦੋਂ ਪਰਵੇਜ਼ ਮੁਸ਼ਰਫ ਦੌਰ 'ਚ ਬਿਜਲੀ ਜਾਣ ਲੱਗੀ ਸੀ ਨਾ, ਤੇ ਉਹ ਨਿੱਕੇ ਰੋਂਦੇ ਸੀ, ਮੱਛਰ ਲੜਦਾ ਸੀ, ਤੇ ਮੈਂ ਜਨਰੇਟਰ ਖਰੀਦ ਲਿਆ ਸੀ। ਸਾਰੇ ਪਿੰਡ 'ਚ ਕਿਸੇ ਕੋਲ ਨਹੀਂ ਸੀ ਆ, ਸਿਰਫ ਇਸ ਗੱਲੇ ਕਿ ਬਿਜਲੀ ਨਾ ਜਾਏ, ਬਿਜਲੀ ਜਾਏ ਤੇ ਉਸੇ ਵੇਲੇ ਪੱਖਾ ਆਨ ਹੋ ਜਾਏ। ਤੂੰ ਵੀ ਜਾ ਕੇ ਕਰ ਕੋ ਆਪਣੇ ਨਿਆਣਿਆਂ ਦਾ। ਮੈਂ ਉਦੋਂ ਮਰਜ਼ਾਈਆਂ ਦੇ ਮਗਰ ਤੇ ਨਹੀਂ ਸੀ ਇਸ ਤਰ੍ਹਾਂ ਦੌੜ ਕੇ ਆਉਂਦਾ। ਜਾ ਕੇ ਨਿਆਣਿਆਂ ਨੂੰ ਖੜਾ। ਜਿਹੜਾ ਮੋਡਰੇਟਰ ਇਹਨੂੰ ਚੁੱਕ ਰਿਹਾ ਬਾਰ-ਬਾਰ, ਉਹਨੂੰ ਉਹਦੇ ਨਾਲ ਗੁਜ਼ਾਰਿਸ਼ ਹੈ ਸਾਨੂੰ ਸਾਰਿਆਂ ਨੂੰ ਲਾ ਦੇ ਤੇ ਇਹਨੂੰ ਕੱਲੇ ਨੂੰ ਬਾਕੀ ਦੀ ਗੱਲਾਂ ਸੁਣ ਲਓ। ਜਿਹੜਾ ਬੰਦਾ ਆਪਣੇ ਮੂੰਹ ਮੰਨ ਗਿਆ ਕਿ ਮੈਂ ਹਰਾਮਜ਼ਾਦਾ ਮਾਂ, ਇਸ ਮੌਜੂਦ ਦੇ ਉੱਤੇ ਬਸ ਕਿਉਂ ਚਸਕੇ ਲੈ ਰਹੇ ਹੋ ਤੇ ਬਾਰ-ਬਾਰ ਉਹਨੂੰ ਚੁੱਕ ਕੇ? पता नहीं कौन चक्कर लग गया। मैं भी थोड़ा बिजी हूं। नतीजा निकलता है कोई ना किसी मकाम। मुझे लगता है ये कोई बंदा मुनाफिक है। इनकी बातों से ऐसे ही पता चल रहा है कि मुसलमानों में घुस के भी फिर उनको ही सपोर्ट कर रहा है ना एक तरह से। सारे मुसलमानों को ये मुनाफिक नजर आता है। ये जो है ये मुसलमानों को बुरा समझता है। पता नहीं, समझ नहीं आ रही हम में से कौन गलत है। मुसलमान सारे कहते हैं कि ये मुनाफिक सा बंदा नजर आता है, कोई गिल्ला तितर सा नजर आता है। की करिए जी, बस दुआ ही करो अल्लाह मेहरबानी करे। बहरहाल इस तरह अगे भी हुंदा रहे, कोई ऐसी परेशानी वाली गल नहीं। तुसीं गल करो, मैं तो 2-4 मिनट बिजी हाँ। कोई नात ही सुना दो। रोजे आ गए ने, बंद कर दिए कल तो टिकटॉक। यूसी भाई सुनाएंगे। यूसी भाई वो सुना दो यार, अगर इजी है तो ला नबी आबादी वाली यार। अस्सलाम वालेकुम आमिर भाई। वालेकुम अस्सलाम वरहमतुल्लाह। पाकिस्तान नहीं जा रहे आमिर भाई इस दफा? शशो पंज पिया, जिवें शशो पंज नहीं हुंदा। अच्छा, चलो अल्लाह मियां फजल करेगा, अल्लाह मियां फजल करेगा। तो ब्रॉड लाया करोगे? ब्रॉड दा हुण पता नहीं, वेखो की हुंदा। मैं मेरे को टाइम हुंदा ना सुनन दा, इसलिए मैं थल्ले बैठ के सुनदा रहना। मैं इसलिए मैनू पता है तुसीं बहुत प्यार करने वाले भाई हो, लेकिन ये कि रोज़ियां च मरजाइयां नाल मेरा अपना जाती एक फहम है। मैं किसी नूं कोई किसी ते कोई फतवा नहीं दे रहा। ਅਸੀਂ ਇਹ ਦੌਰਾਨੇ ਗੁਫ਼ਤਗੂ ਬਹੁਤ ਸਾਰਾ ਟਾਈਮ ਵੇਸਟ ਕਰਦੇ ਨੇ, ਲੇਕਿਨ ਮੈਂ ਵੀ ਕੰਮ ਤੇ ਹੁੰਨਾ ਵਾ ਤੇ ਮਰਜ਼ਾਈਆਂ ਨਾਲ ਇਹ ਹੁਣ ਜਿਹੜੀ ਪੱਪੂ ਨਾਲ ਗੱਲ ਹੋ ਰਹੀ ਹੈ ਤੇ ਕਿੰਨੀ ਕੋਈ ਪ੍ਰੋਡਕਟਿਵ ਗੱਲ ਹੋ ਰਹੀ ਹੈ। ਵੇਸਟੇਜ ਆਫ ਟਾਈਮ ਹੀ ਹੈ ਨਾ, ਸਾਰੇ ਕਹਿ ਰਹੇ ਨੇ ਵੇਸਟ ਆਫ ਟਾਈਮ ਹੈ ਤੇ ਵੇਸਟ ਆਫ એનર્ਜੀ। ਐਸੇ ਹੀ ਤਰ੍ਹਾਂ ਬਹੁਤ ਸਾਰੀ ਗੱਲ ਮਰਜ਼ਾਈਆਂ ਨਾਲ ਵੀ ਜਿਹੜੀ ਉਹ ਪਾਣੀ 'ਚ ਬੰਧਾਣੀ ਪਈ ਹੁੰਦੀ ਉਹ ਵੇਸਟੇਜ ਆਫ ਟਾਈਮ ਹੁੰਦੀ। ਰਮਜ਼ਾਨ ਇੱਕ ਐਸਾ ਕੀਮਤੀ ਬਾਬਰਕਤ ਮਹੀਨਾ ਹੈ, ਅੱਲਾਹ ਤਾਲਾ ਦੀਆਂ ਰਹਿਮਤਾਂ ਔਰ ਬਰਕਤਾਂ ਦੇ ਦਰਵਾਜ਼ੇ ਖੁੱਲੇ ਨੇ। ਤੇ ਉਹ ਮੀਆਂ ਸਾਹਿਬ ਨੇ ਨਹੀਂ ਆਖਿਆ ਪਿਛਲੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾ,
ہے کوئی بخشش منگਣ ਵਾਲਾ ਖੁੱਲਾ ਹੈ ਦਰਵਾਜ਼ਾ ਰਮਜ਼ਾਨ ਅੱਲਾ ਦੀ ਰਹਿਮਤਾਂ ਔਰ ਬਰਕਤਾਂ ਦਾ ਜਿਹੜਾ ਦਰਵਾਜ਼ਾ ਖੁੱਲ ਗਿਆ ਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਈਏ ਇਹ ਵੇਸਟੇਜ ਆਫ ਟਾਈਮ ਨਾ ਕਰੀ ਹਾਂ ਕੋਈ ਬਹੁਤ ਜ਼ਰੂਰੀ ਗੱਲ ਹੈ ਕਿਸੇ ਨੂੰ ਮਸਲਾ ਦੱਸਣਾ ਹੈ ਕੋਈ ਦੀਨ ਦੀ ਗੱਲ ਬਿਆਨ ਕਰਨੀ ਹੈ ਕੋਈ ਬੰਦਾ ਤੁਹਾਨੂੰ ਸਵਾਲ ਕਰਦਾ ਹੈ ਜ਼ਰੂਰ ਕਰ ਲਓ ਗੱਲ ਮੈਂ ਕਿਹੜਾ ਕੋਈ ਉਤੇ ਤਕਾਫ 'ਚ ਵੀ ਬੰਦਾ ਬੈਠਿਆ ਹੋਵੇ ਤੇ ਜਿਹੜੇ ਜ਼ਰੂਰੀ ਮਾਮਲਾਤ ਨੇ ਉਹ ਤੁਸੀਂ ਕਰ ਸਕਦੇ ਹੋ ਜਿਹੜੇ ਤੁਹਾਡੇ ਕਿਸੇ ਨੂੰ ਕੋਈ ਗੱਲਬਾਤ ਕਰਨੀ ਹੈ ਸੁਨੇਹਾ ਲੈਣਾ ਦੇਣਾ ਲੇਕਿਨ ਇਹ ਜੋ ਕੁਝ ਟਿਕਟਾਕ ਦੇ ਉੱਤੇ ਹੁੰਦਾ ਤੁਸੀਂ ਸਾਰਾ ਦਿਨ ਦੇਖਦੇ ਹੋ ਜ਼ਿਆਦਾਤਰ ਟਾਈਮ ਜ਼ਾਇਆ ਨਹੀਂ ਹੋ ਰਿਹਾ ਹੁੰਦਾ सही कह रहे हो जाया हो रहा होता है ਕਿਆ ਰਮਜ਼ਾਨ ਸਾਡੇ ਤੋਂ ਇਹ ਤਕਾਜ਼ਾ ਕਰਦਾ ਹੈ ਕਿ ਅਸੀਂ ਇਹ ਰਮਜ਼ਾਨ ਦੇ ਵਿੱਚ ਇਸ ਤਰ੍ਹਾਂ ਟਾਈਮ ਵੇਸਟ ਕਰੀਏ नहीं बिल्कुल नहीं इबादत करो रोजे रखो यह काम करना चाहिए चलो थैंक यू आमिर भाई तुसी लोग की करो गल बस मैं यही पुछना सी वालदा ठीक ठाक ने ना ताड़ी ਬਸ ਅੱਲਾ ਦਾ ਸ਼ੁਕਰ ਹੈ 95 ਸਾਲ ਉਮਰ ਵਿੱਚ ਠੀਕ ਠਾਕ ਕੀ ਹੋਣਾ ਹੁੰਦਾ ਬਸ ਗੁਜ਼ਾਰਾ ਹੀ ਹੈ ਬੁਢਾਪਾ ਹੈ ਤੇ ਕਮਜ਼ੋਰੀ ਹੈ ਤੇ क्योंकि पिछले साल तुसी गए सी पिछले साल मैं आया सी ना टिकटॉक ते ताड़े लोकां दे कोल ते तुसी पाकिस्तान चले गए सी 1 महीने वास्ते ਹਾਂਜੀ ਹਾਂਜੀ तो इसलिए मैं पूछा चलो शुक्रिया तुसी लोग की करो गल मैं सुन रहे हैं बस थैंक यू सारे नु सलाम मेरी तरफ ਵਾਲੇਕੁਮ ਸਲਾਮ wa rahmatullahi wa barakatuh या आप हैं यहाँ पर यूसुफ भाई अगर आप हैं तो यार वो सुनाइएगा ज़रा फिर मुजफ्फर वासी साहब से थोड़ा सा कलाम अगर पॉसिबल है जी मुझे बस 2 मिनट देते हैं मैं पढ़ता हूँ इस्लाम जिंदाबाद भैया आपने कहा मैं सुनाता हूँ कलाम आप ऊपर आ ही नहीं रहे आपको रिक्वेस्ट भी डाली है अस्सलाम वालेकुम रहमतुल्लाहि व बरकातहू। अस्सलाम वालेकुम अवैस भाई आमिर भाई दोस्तों को सलाम वालेकुम सलाम। जी भैया सुनाए यार कुछ अच्छा सा ये एक सेकंड दे दें प्लीज़ बस मैं पार्किंग में पहुंच गया हूँ तो सुनाता हूँ। जी मेरी आवाज़ आ रही है? ये आ रही है यूसुफ भाई। हाँ जी। अल्लाहुम्मा सल्ली अला सय्यिदिना मौलाना मुहम्मद व अला आलि सय्यिदिना मौलाना मुहम्मद व बारिक वसल्लम अलैहि। खुद मेरे नबी ने बात ये बता दी, ला नबी आबादी, ला नबी आबादी। हर जमाना सुन ले ये नवाए हादी, ला नबी आबादी, ला नबी आबादी। लम्हा लम्हा जिनका ताक में हवा के जगमगाने वाला, आखिरी शरीयत कोई आने वाली और न लाने वाला, लहजाए खुदा में आपने सदा दी, ला नबी आबादी, ला नबी आबादी। थे असूल जितने उनके हर सुखन में,
نظم ہو گئے ہیں، دین کے سارے راستے آپ تک پہنچ کر ختم ہو گئے ہیں، ذات حرف آخر بات انفرادی، لا نبی آبادی، لا نبی آبادی، ارتقائے عالم کر دیا خدا نے، صرف نام ان کے، ان کی خوش نصیبی جن کے ہیں وہ آقا، جو غلام ان کے، گونجے وادی وادی آپ کی منادی، لا نبی آبادی، لا نبی آبادی، ان کے بعد ان کا مرتبہ کوئی بھی پائے گا نہ لوگو، اب کوئی پیمبر ذلی یا بروزی آئے گا نہ لوگو، ان کے بعد ان کا مرتبہ کوئی بھی پائے گا نہ لوگو، اب کوئی پیمبر ذلی یا بروزی آئے گا نہ لوگو، آپ نے یہ کہہ کر مہر ہی لگا دی، لا نبی آبادی، لا نبی آبادی، ہر زمانہ سن لے یہ نوائے ہادی، لا نبی آبادی، لا نبی آبادی۔ جزاک سبحان اللہ، ماشاء اللہ، سبحان اللہ، بہت شکریہ یوسف بھائی، اللہ ماشاء یقیناً اللہ، اللہم زد فزد۔ وہ روح تازہ کر دی ہے، اور اللہ تعالیٰ آپ کو جزائے خیر عطا کرے، اور ہر زمانہ سن لے۔ رسالت میں آپ صلی اللہ علیہ وسلم نے یہ اسٹیمپ لگا دی ہے، یہ کہہ کر کے لا نبی آبادی۔ کیا کہنے آپ کے؟ جی اسلام السلام علیکم ورحمۃ بھائی، اللہ۔ وعلیکم السلام ورحمۃ اللہ۔ سر یہ تو نا لکھی اگر ہے نا تو یہ واٹس ایپ پہ شیئر کریں، یہ تو بچوں کو یاد کرانے والی بہت بہت ہی اعلیٰ نظم ہے، بہت ہی اعلیٰ۔ یہ آپ کو مل جائے گی، آپ انٹرنیٹ پہ نا آپ لکھیں مظفر وارثی صاحب لکھیں گے نا تو ان کی یہ بڑی فیمس ہے، آپ وہاں پر بڑی آسانی سے انٹرنیٹ یوٹیوب کے اوپر آپ کو مل جائے گی، مظفر وارثی صاحب، لا نبی آبادی۔ بس میں تلاش کرتا ہوں سر جی۔ میں 8 سے 10 سال بعد آج آپ دوستوں کی آواز سنی ہے۔ میں آپ کا بچھڑا ہوا پرانا ساتھی ہوں، قاری عبدالحفیظ میرا اس نام ہے، اور ایک دور تھا جب واٹس ایپ پہ افتخار چیمہ اور ان سب کے ساتھ گفتگو ہوتی تھی تو میں آپ کا وہاں پہ ساتھی ہوتا تھا، لیکن میں ہارٹ کا مسئلہ بن گیا تھا، تو 8 سے 10 سال بعد آج آپ لوگوں کی آواز سنی۔ ضیاء رسول بھائی ہوتے تھے، اور ابو بکر بھائی تھے، عامر نذیر بھائی تھے، مفتی عبید اللہ لطیف صاحب آتے تھے، ایک وہ بھتیجا ہوتا تھا، کیا یہ سارے ہوتے تھے اس وقت، تو اب ذہن سے نکل گئے نام بھی۔ اچھا، یہ نیچے نذیر صاحب نے ایک جملہ لکھا ہے، انہوں نے ٹونٹ کیا ہے اس کلام پر، جبکہ مظفر وارثی صاحب نے جتنا بھی کلام لکھا ہے قرآن و حدیث کا ترجمہ انہوں نے اپنے اشعار کی صورت میں اس کو انہوں نے پیش کیا۔ تو اس جہالت کا یہ مظاہرہ آپ دیکھیں کہ آپ سے تعلق توڑ کر گمراہ ہو گئے ہیں ہادی۔ مطلب جس جاہل کو یہ نہیں پتا کہ میں کیا بات کر رہا ہوں، میں نے ٹونٹ بھی کرنا تو کس انداز میں کرنا ہے، تو یہ اس قوم سے پالا پڑا ہے مسلمانوں کا۔ بہرحال یہ جو کلام تھا یہ میں نے ارلیسٹ جو ہے نا شروع میں جب ٹک ٹاک پہ نئے آئے ہیں، تقریباً 2.5-3 سال پہلے کی بات ہے، تو میں نے وہاں حسینی صاحب کے کہنے پہ میں یہ پڑھنے لگا ہوں، تو 2 بندے خاص طور پر، ایک عطاء المنان صاحب، دوسرا وہ میاں ننجا صاحب، انہوں نے اتنی سختی کی، اتنی ان کو تکلیف ہوئی کہ یہ کلام نہیں پڑھا جائے گا یہاں پہ۔
تو میرے تو میں گمان میں تھا کہ اتنا ان کے دل میں یہ کلام ہے ہی اتنا جاندار ہے بروڈ پر نہیں پڑھا جائے گا، جی کی بروڈ پر نہیں پڑھا جائے گا، یہ انہوں نے منع کیا وہاں پہ۔ یہ میاں فیوریٹ 49 کی ہی براڈ تھی، وہاں پہ حسینی صاحب بھی آیا کرتے تھے اس وقت، پہلے وہ اپنی براڈ کے علاوہ وہاں بھی جاتے تھے، تو وہاں انہوں نے مجھے کہا کہ جی یوسفی صاحب ادھر ہیں تو یہ ذرا اپنا یہ والی نعت سنائیں ہمیں، تو میں نے کہا ٹھیک ہے، تو میں نے یہی کلام شروع، یہ انہوں نے مجھے بیچ میں روک دیا، نہیں 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 پڑھنے دینا، میں کہا جی وجہ کیا ہے، انہوں نے بڑی بحث کی اس پر، تو میں نے کہا اچھا، لیکن پھر اس کے بعد حسینی صاحب نے وہ براڈ چھوڑ دی، اپنی براڈ لگائی، تو میں نے وہاں جا کے پھر اس کے بعد الحمدللہ یہ تو مرزائیوں کے لیے یہ دیکھا نا نیچے یہ ان کے اندر کا زہر نکل کے سامنے ہے، اس کو یہ بھی پتہ نہیں میں کیا جملہ لکھ رہا ہوں، میں کیا کہنا چاہ رہا ہوں اور میں کیا کہہ رہا ہوں۔ ہم نے بہت اچھا ذکر کیا، میرا خیال ہے اب اپنی گفتگو آگے لے کے چلتے ہیں۔ اسلام زندہ باد بھائی، آپ ہیں ہمارے ساتھ یہاں پر موجود ہیں؟ جی جی ویس بھائی میں موجود ہوں. میں آپ بھائی آپ کی باری ہے، آپ ہمیں کچھ سنائیں ذرا، آپ نے نیچے لکھا تھا۔ جی 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 ایک کلام ہے کافی مشہور کلام ہے، اس کا ایک شعر میں سنا دیتا ہوں، کوشش کرتا ہوں. بسم اللہ الرحمن الرحیم. اے سبز گنبد والے منظور دعا کرنا، جب وقت نزا آئے دیدار عطا کرنا، جب وقت نزا آئے دیدار عطا کرنا. میں قبر اندھیری میں گھبراؤں گا جب تنہا، امداد میری کرنے آ جانا رسول اللہ، روشن میری تربت کو للہ ذرا کرنا، جب وقت نزا آئے دیدار عطا کرنا. اور مجھے اسلام میں بھائی میں کل کال آ گئی ہے، چلیے گئے۔ مجرم ہوں جہاں بر کا، محشر میں برم رکھنا، رسوائے زمانہ ہوں. میرا خیال ان کی کال آ رہی ہے بار بار، تو اچھا عامر بھائی اگر کوئی ایزی ہے نا، کیونکہ وہ مصروف بھی ہوتے ہیں، تو ایک مظفر وارسی صاحب کا ہی کلام ہے، تو یہ پڑھا کرتے ہیں، تو اس کے 2 شعر اگر سنائیں نا، تو ان کا انداز بڑا خوبصورت ہے، وہ اشعار بیان کرنے کا بالکل ایسے بڑا رکت انگیز ان کا انداز. اگر عامر بھائی ایزی ہیں تو بے شک وہ. جی عامر بھائی. جا زندگی مدینے سے جھونکے ہوا کے لا. میں وہ بزی ہیں کہ چلیں مولانا ہمارے ساتھ مولانا نذیر صاحب نصر اللہ صاحب ہیں، مولانا صاحب سے کچھ سنتے ہیں. مولانا صاحب آپ ہیں ہمارے ساتھ ابھی؟ اچھا مولانا نصر اللہ صاحب بھی نہیں ہیں. تلاش حق بھائی جو ہیں، اگر یہ ایزی ہیں اور کچھ سنا سکتے ہیں. تلاش حق بھائی آپ ہیں موجود یہاں پر؟ میری آواز تو اتنی خوبصورت نہیں، لیکن ایک کلام ہے وہ میں سادہ انداز میں سنا دیتا ہوں، ہے بہت کمال کا. جی میں آپ سے عرض کر دیتا ہوں. جی جی بالکل بالکل. ہاں کیونکہ دیکھیں جی، ہر آواز اللہ کی عطا، ہر ایک کو اللہ عطا کر دیتے ہیں.
تو میں سمپل انداز میں سنا دیتا ہوں، مجھے تو بہت پسند ہے، میں تو اس کو بہت زیادہ پڑھتا ہوں۔ کفر کی ظلمت جس نے مٹائی، کفر کی ظلمت جس نے مٹائی، دین کی دولت جس نے لٹائی، لہرایا توحید کا پرچم صلی اللہ علیہ وآلہ وسلم، وہم کی ہر زنجیر کو توڑا، رشتہ ایک خدا سے جوڑا، وہم کی ہر زنجیر کو توڑا، رشتہ ایک خدا سے جوڑا، شرک کی محفل کر دی برہم صلی اللہ علیہ وآلہ وسلم، راہ میں کانٹے جس نے بچھائے، گالی دی پتھر برسائے، اس پر چھڑکی پیار کی شبنم صلی اللہ علیہ وآلہ وسلم، جس پہ تصدق وحی الہی، کینکریاں دیں جس کی گواہی، جس کا تفوق سب پہ مسلم صلی اللہ علیہ وآلہ وسلم، جسم مزکا روح مصفا، جسم مزکا روح مصفا، قلب مجلا ذہن معطر، حسن سراپا خیر مجسم صلی اللہ علیہ وآلہ وسلم، جس کا نام اچھالے، جس کا نام اچھالے آپ ورفعنا لکا فرما کر، اللہ اللہ شان معظم صلی اللہ علیہ وآلہ وسلم۔ بس جی یہ کلام میں پڑھ سکتا تھا۔ ماشاءاللہ ماشاءاللہ، بہت خوبصورت۔ عامر بھائی آپ ہیں، واپس آئے ہیں عامر بھائی؟ مجھے لگ رہا ہے وہ عامر بھائی نہیں ہے۔ عامر بھائی کے ساتھ نا جی ایک مرزائی کا مناظرہ تھا، اس دور میں آج سے 10 سال پہلے کی بات ہے، تقریباً 8 سے 10 سال پہلے، اور 10 لاکھ روپے کا چیلنج تھا کہ 10 لاکھ روپے جو ہے نا جو ہارے گا وہ دے گا۔ تو عامر نذیر صاحب جب سنیں گے تو انشاءاللہ تصدیق کر دیں گے۔ اس وقت میں نے کہا تھا بندہ نچیز نے کہ عامر نذیر صاحب مناظرہ کریں گے، اگر عامر نذیر صاحب مناظرہ ہار جاتے ہیں 7 ایکڑ میری زمین ہے، میں اس کی فرد ابھی دینے کے لیے تیار ہوں، جس نے لینی لے لے۔ ماشاءاللہ۔ وہ کون سا مرزائی تھا جس سے تھا مناظرہ؟ مجھے نام بھول گیا، عامر نذیر صاحب کو یاد ہوگا جی مجھے، کیونکہ میں نے کہا میں ہارٹ کا مجھے مسئلہ بن گیا، لیور کا، تو کافی بیمار ہو گیا، یادداشت بھی ایک دفعہ بہت زیادہ کمزور ہو گئی تھی، اب ٹھیک ہے ماشاءاللہ۔ ہاں افتخار شیخ سے مناظرہ طے ہوا تھا، یہ نیچے یہ ابو بکر بھائی نیچے، میں ان کو اٹھاتا ہوں جن کا آپ ذکر کر رہے تھے۔ جی ابو بکر بھائی جانتے ہیں جی۔ میں لیتا ہوں اوپر۔ یہ تو بڑے خطرناک بھائی ہیں، اگر آپ ابو بکر صاحب کو جانتے ہیں تو بڑے خطرناک آدمی ہیں یار۔ اس وقت آپ بھی خطرناک ہوا کرتے تھے جی۔ ان کو بلاک کر دیں، ان کو بلاک کرنا ہم نے یہاں سے نا۔ اللہ اکبر اللہ اکبر، ایسی بات نہیں جی، الحمدللہ۔ جو ہے نا ٹک ٹاک پہ بھی الحمدللہ 1 لاکھ روپیہ ایک دفعہ لیا ہے مرزائیوں سے، 1 لاکھ ایک دفعہ 1 لاکھ روپیہ ایک دفعہ، اور 300 یورو ایک دفعہ۔ یہ جو ماشاءاللہ ماشاءاللہ یہ 2 لاکھ روپیہ ماشاءاللہ۔ تقریباً بنتا ہے، یہ تو ان سے وصول کر لیا۔ اس کے بعد 600 یورو ایک یہ ہمارے دن ان کے دائندہ ہیں، انہوں نے ہمیں دینے ہیں نادہندہ، اور اس کے علاوہ $1000 جو ہے نا وہ ہم نے معاف کر دیا تھا۔ یہ نیچے جی چیلنج ایک ہو رہا ہے جی، یہ نیچے چیلنج ہو رہا ہے کہ جی میں میرے 13 مربع ہیں، سارے دے دوں گا اگر مرزائی عامر نذیر سے جیت جائیں۔ سبحان اللہ۔ لکھا ہوگا مربع نہیں، لکھا ہوگا 13 مربع، بہت زمین ہوتی ہے یہ مرلے۔ یہ مربع، مجھے تو مربع لگ رہا ہے۔ اویس صاحب کیا کہہ رہے 13 مرلے ہو گیا؟ کیا کس نے لکھا ہے 13 مربع لکھا ہوا؟ رکھ جان جاگیردار آدمی، آپ کو نہیں پتا؟ رکھ جان ایک جاگیردار آدمی ہے۔ عامر نذیر صاحب السلام علیکم ورحمۃ اللہ۔ وعلیکم السلام ورحمۃ اللہ وبرکاتہ۔ قاری عبدالحفیظ عرض کر رہا ہوں عامر نذیر صاحب،
माशाल्लाह कारी साहब, क्या हाल है, खैरियत? जी अल्हम्दुलिल्लाह 8 से 10 साल बाद दोबारा आप दोस्तों की ज़ियारत हुई, आपकी आवाज़ सुनने को मिली है। हार्ट का मसला बन गया था, लिवर का मसला था, काफ़ी बीमारी में रहा हूँ, तो मैं बता रहा था, इसलिए मैं बार बार मैसेज कर रहा था कि यार आपका पिछड़ा हुआ साथी हूँ जी। माशाल्लाह अल्लाह ताला आपको सेहत कामिला अजल अता फरमाए। अब ठीक है तबीयत? जी अब से ठीक है। अमर साहब वो मुनाजरा किससे था जब 10 लाख का चैलेंज था, तो मैंने कहा था जी 7 एकड़ मेरी जमीन है, आज ही फर्द ले ले अगर आमिर नज़ीर साहब को आप शिकस्त दे दें। वो किससे मुनाजरा था? हाँ व्हाट्सएप पर हुआ था वो, मेरा ख्याल है व्हाट्सएप पे हुआ था। याद नहीं आ रहा कौन बंदा था, बिल्कुल हुई थी बात। हाँ उस वक्त वो मैंने कहा था मैं 7 एकड़ जमीन देने के लिए तैयार हूँ। हाँ इफ्तिखार शेख ने कहा था, मुझे याद आ गया। हाँ वो जी 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 अब तो वक्त बड़ा, मैंने अर्ज की, बड़ा वक्त गुजर गया, बड़ी खुशी हुई जी आपने मुझे ऊपर आने का मौका दिया, तो अब मैं आ गया हूँ, ठीक हूँ इंशाल्लाह। आपके साथ हाजिरी होती रहेगी, आपकी गुफ्तगू से मुस्तफीद होते रहेंगे इंशाल्लाह जी। माशाल्लाह। असल सब दौर था वो व्हाट्सअप का, सारे ग्रुप व्हाट्सअप पे ही थे, और माशाल्लाह वो व्हाट्सअप पे कमाल महफल थी। अब तो फैज़ रसूल भाई थे, आप थे, अबू बकर भाई थे, और काफ़ी सारे अहबाब थे। अब तो ज़हन से नाम भी निकल गए क्योंकि काफ़ी बीमारी से गुजरा हूँ। रखजान भाई हमें तो इतबार है, मिर्जाई तो नहीं ना मानेंगे। मिर्जाई कहते हैं कि मिर्जा गुलाम अहमद कादियानी के मरबे हैं। वो रईस कादियान था, किताबों के लिए पैसे वैसे ही शुगल तमाशे के लिए मांगता था लोगों से। खुद तो वो कई मरबों का मालिक था, लेकिन 5 जिल्दें छपवाने, 5 भी नहीं 4 छपवाई, तो उनके लिए भी पैसे मांगे दर दर से, और उनसे गालियां खाई बाद में, क्योंकि पैसे तो हड़प कर गए ना, किताबें छापी ना, लोगों से गालियां खाई। अल्लाह वैसे कहलवाते हैं रईस कादियान। आपका अमर नज़ीर साहब जो लेख राम वाला मौजू होता था वो बड़ा कमाल होता था, वो हम जो है बड़ा इंजॉय करते थे। और एक वो अब्दुल्ला वाला कौन सा होता था, ये 2-3 आपके बड़े ना हम इंजॉय करते थे। अब्दुल्ला अथम का भी, वो असल में अब्दुल्ला अथम का जो केस है ना उसका, तो उसने तो क्योंकि बहुत ही इनको जलील किया ना हिंदुस्तान में, तो उसने जी जी वो किसी शायर ने इन्हीं की हालत देखकर कहा था ना कि इस नक्शे पा के सजदे ने इतना किया जलील, अल्लाह हम कूचा रकीब में भी सर के बल चले। तो लेख राम, अब्दुल्ला आतम, मोहम्मदी बेगम, ये केस बड़े बड़े केस हैं। आमिर नज़ीर से जीतने का बस एक ही तरीका है कि मिर्ज़ाई रूहानी ख़ज़ाइन की तरफ लौट आए, फिर जीत सकते हैं। लेकिन मिर्ज़ाई तो कहते हैं रूहानी ख़ज़ाइन को साइड पे रखें, उनसे बात नहीं होगी, इसलिए ज़िल्लत और रुसवाई उनका मुकद्दर ही रहेगी। उन किताब अल्लाह देखना भी नहीं चाहते भाई। अच्छा कैसी अजीब कौम है कि जिसको अपना पैगंबर मानते हैं, नबी मानते हैं, उसके हाथ की लिखी हुई किताबें इनके लिए मौत है। अल्लाह अकबर अल्लाह अकबर अल्लाह अकबर अल्लाह। उन खतूत को, इन इश्तिहारात को, उन मलफूजात को, रूहानी खजाइन की 23 जिल्दों को देख के ऐसे घबराते हैं जैसे कौवा गुलेल से भागता है, ऐसे भाग जाते हैं। ओ हो ये क्यों खोल लिया, ये क्यों खोल लिया। कुरान से बात करेंगे हम, कुरान से बात करेंगे। और आमिर नज़ीर साहब कुरान पाक की देखें, आपकी जिंदगी गुजर गई, यहाँ पे भाई बहुत सीनियर सारे बैठे हुए हैं, जिंदगी गुजर गई है। आज तक मैंने तो अपने कानों से नहीं सुना भी किसी मिर्ज़ई ने कुरान पाक की एक आयत तिलावत की हो और छोटी से छोटी और मुकम्मल ठीक पढ़ दी हो। पढ़नी नहीं आती कुरान करीम की एक आयत भी इनको पढ़नी नहीं आती। जब कहें कि चलो ठीक है कुरान करीम से बात करते हैं, तो कहते हैं लो मैं तर्जुमा पढ़ने लगा हूँ, जरा गौर करना, मैं मसला नहीं, बल्कि ये कहते हैं फलानी सूरत आप लगा दें, पढ़ के तर्जुमा भी कर दें। ये कहते हैं। वो एक हकीम इनका होता था, अब्दुल लतीफ उसका नाम था, वो तो इतना जाहिल था कि वो सूरह इखलास नहीं पढ़ सकता था। कोई भी नहीं पढ़ सकता भाईजान, कोई भी नहीं पढ़ सकता। नहीं आजकल इन्होंने वो लगाया हुआ है ना, एक मुरब्बी है ना, वो रात शाम को लगाते हैं
इसी गर्ज से वहां पर फिर एक बंदा 5 मिनट तिलावत करता है, फिर दूसरा, फिर तीसरा। ये सीख रहे हैं आजकल जो है ना, आहिस्ता आहिस्ता आप सीख रहे हैं। बहरहाल ये तो बड़ी अच्छी तब्दीली है अगर सीख जाए तो, वरना ये कुरान की तरफ जब कहते हैं ना कि हमने कुरान से बात करती हैं, उस वक्त एक्चुअली वो राह फरार इख्तियार कर रहे होते हैं कि मिर्जा साहब की तालीम हमारे सामने पेश ना करें, कुरान से हम अपने मतलब निकाल के फिर आपको ताना देंगे, देखें आप कुरान से भाग रहे हैं। ये इनका बात भी ठीक तरीका है, ये हाँ बात जी। भी ठीक है। अब ये ख्वाजा तनवीर साहब हैं, वो कह रहे हैं कि हजरत ईसा के नाम से आप लोग भागते हैं। ख्वाजा साहब ऊपर तशरीफ लाएं, कॉल डालें, बताएं कि हजरत ईसा ਇਹਨਾਂ ਨੂੰ ਲਿਆਓ अलैहिस्सलाम ਅਮਰ ਨਜ਼ੀਰ ਸਾਹਿਬ ਉੱਪਰ, ਇਹਨਾਂ ਨੂੰ ਲਿਆਓ ਜ਼ਰਾ, ਇਹਨਾਂ ਨਾਲ ਜਰਾ ਨਾ ਇਹਨਾਂ ਨਾਲ उनको उत्ते आके हजरत ईसा का नाम ले देखने पैनल तो लोग भजते हैं कि नहीं। हाँ, देख लेते हैं कितने लोग भाग जाते हैं। नहीं, इधर आके लें हमारे सामने हजरत ईसा अलैहिस्सलाम का नाम। अच्छी अच्छी अमर नजीर साहब, मैं इजाजत चाहूंगा क्योंकि पाकिस्तान में मगरिब का वक्त हो गया है, तो ये मेरी आईडी है, जब कभी वक्त ठीक मिलता है, है तो मैं आपको जरूर। फॉलो करता हूँ। मैं आपको फॉलो, एक सेकंड रुकें जरा, ये हो गया फॉलो आप। और मुझे ना व्हाट्सअप नंबर भी अपना ना आपने सेंड करना मेरे पर्सनल में, मैं ना सेव कर लूँ। अच्छा अच्छा, इंशाल्लाह अब नेक्स्ट टाइम आएंगे तो फिर आपको दे देंगे। मैं गाड़ी बैक लगाने लगा हूँ। जी ठीक है, जी ठीक है, ठीक चलो, है। बात होगी। जज़ाकल्लाह। जी जी, शुक्रिया सब दोस्तों का जी, बहुत शुक्रिया। अल्लाह हाफिज, अस्सलाम वालेकुम। वालेकुम सलाम। ख्वाजा तनवीर साहब आ जाओ ऊपर ते आके ईसा अलैहिस्सलाम दा नाम लो, मुसलमान वेखो दौड़ जांदे। ईसा अलैहिस्सलाम दा नाम सुनदे ही दौड़ जाणगे। देखने आ किन्ने इत्थे रहिंदे ने ते किन्ने दौड़दे ने। मैं सुन रहा था मुफ्ती मुबशिर शाह को, एक बंदे ने कहा कि आप हजरत ईसा अलैहिस्सलाम को बाद में आएंगे क्या तस्वर करते हैं, तो मुफ्ती साहब ने उल्टा उनके ऊपर डाल दिया। आप बताएं, अगर हम साबित भी कर दें वो बाद में नबी भी हों, पहले से हों या बाद में, मिर्ज़ा की जो गंद लिखी हुई किताबें हैं वो तब्दील होने हैं। आप ये बताएं, मैं आपको जवाब देता हूँ। वो भाग गया फौरन से। ऐसे ही है भाई, इनके पास सिर्फ और सिर्फ ये एक इन्होंने हवा बनाया हुआ है कि जी एमरजेंसी बटन है, जब फंसो तो कह दो ईसा अलैहिस्सलाम को जिंदा साबित कर दो, मिर्जाई मर जाएंगे, जमात अहमदिया ख़त्म हो जाएगी, ईसा अलैहिस्सलाम को जिंदा साबित कर दो। भाई ईसा अलैहिस्सलाम जिंदा हों या फौत शुदा हों, इससे मिर्जाइयत कैसे साबित होगी सच्ची? मिर्जाइयत को सच्चा साबित करने के लिए आपको अपना दीन पेश करना होगा, अपने मुसल्लमात से बात करनी होगी। अब मिर्ज़ा साहब ने जो बताया है कि ईसा अलैहिस्सलाम की जगह मैं ईसा बनाया गया हूँ, कैसे बनाया गया हूँ? 10 माह का हमल इस्तियारा की रानी में मुझे ठहराया गया है और फिर उसमें रूह नफक की गई है, दर्द ज़े भी हुआ है। ये बात सिर्फ आप मिर्जाई के सामने पेश कर दें, मिर्जाई शर्म से डूब कर मर जाएगा। है इतनी शर्मनाक बात। आगे पहले मैं 2 कोई हवाले पढ़ के सुनाए, लाम पढ़ के सुनाए थे। रहील कहता है ला हौला वला कुव्वता, ये हजरत मिर्जा साहब के हैं। मैं क्या, हाँ जी, ये मिर्जा साहब के इल्हामात हैं। इनके सामने अगर मिर्जा साहब का ईसा बनने का वो प्रोसेस रख दिया जाए, ख्वाजा तनवीर साहब, मिर्जा साहब कैसे ईसा बने हैं? ईसा अलैहिस्सलाम की जगह पर मिर्जा साहब को कैसे ईसा बनाया गया, बता सकते हैं? ऊपर आकर मुंह मांगा इनाम आपको दिया जाएगा। आके सिर्फ बयान कर दें कि मिर्जा साहब कैसे ईसा बने हैं। ईसा इब्ने मरियम की जगह पर मिर्जा गुलाम अहमद को कैसे ईसा बनाया गया। बस ये हम भी जानना चाहते हैं कि इब्ने चिराग बीबी इब्ने मरियम कैसे बना। हाँ, वो कह रहे हैं ये मजमून तुम समझ नहीं सकते। ख्वाजा साहब कह रहे हैं बहुत खूब। वाकई नहीं समझ सकते आमिर भाई आप। मैं सही बताऊं, ये रूहानी वाली बातें हैं ना, आप रूहानियत की बातों को कैसे जानेंगे जब तक आप उनको मानेंगे नहीं, तो रूहानियत वाली बातें असर कैसे करेंगे हमको?
کا دعویٰ تو پھر بڑھ گیا نا. ابھی انہوں نے کہا تھا کہ حضرت عیسیٰ کا نام نہیں لینا چاہتے. یہاں لوگ تیار ہیں نام لینے کے لیے, وہ مرزائی اوپر نہیں آیا. وہ کہہ رہے ہیں کہ یہ مضمون تم سمجھ نہیں سکتے. اگر سمجھ نہیں سکتے, یہ مضمون ہمیں سمجھ نہیں آ سکتا, تو مرزا صاحب نے کیوں یہ دعویٰ کر دیا مسیح ابن مریم ہونے کا؟ یعنی ان کا مطلب ہے کہ یہ انسان اس کو سمجھ ہی نہیں سکتا. نہیں سمجھ سکتا نا, ہاں انسان نہیں سمجھ سکتا, حیوان سمجھ سکتا ہے. دعویٰ کن لوگوں کے لیے کیا ہے؟ انسانوں کے لیے نہیں کیا, جانوروں کے لیے. تمہاری سمجھ بہت چھوٹی ہے. وہ خواجہ صاحب کہہ رہے ہیں سمجھ چھوٹی ہماری. اس کو بڑھانے کے لیے کیا کرنا پڑے گا خواجہ صاحب؟ بھنگ والے پکوڑے کھا لیں, سمجھ آ جائے گی. جامع عشق کے پھکے مارے, ذات جامع عشق کھا لیں پھر سمجھ آ جائے گا. کیسی شرمناک فلسفی ہے کہ پہلے دور سے ہی دیکھ کر ان کو پسینے آ جاتے ہیں, کہتے ہیں او ہو نہیں نہیں یہ نہیں آپ کو سمجھ آئے, اس کو چھوڑ دیں, اس کو چھوڑ دیں, یہ نہیں آپ کو سمجھ آنا, آپ کی سمجھدانی چھوٹی ہے. بلے بھائی قوم ہے. چلو آؤ یار, عیسیٰ علیہ السلام کا نام تو لو. تو جی کہتا ہے تم ابو جہل ہو, کر لو جی گل. جہل دے سپیلنگ بھی نہیں کرنے لکھے نہ دے ٹھیک. کوئی نہ آ گیا جو مرضی کے بن. یار اوپر آؤ خواجہ صاحب, مرزا صاحب کا کلام پڑھ کے سناؤ. 3 نسخے عطر کی شیشی, پیٹ پھٹ گیا, لاہور میں ایک بے شرم رہتا ہے. پڑھ کے سناؤ ذرا ٹیچی ٹیچی جو کلام لے کر آیا تھا. خواجہ صاحب ہمارا دماغ چھوٹا ہے, اس کو تھوڑا سا انلارج کریں. آپ سے سن کر اپنے دماغ کو بڑھانا چاہتے ہیں. کیسے مرزا صاحب پر یہ کلام نازل ہوتا تھا؟ لاہور میں ایک بے شرم ہے, 2 بکریاں ذبح ہوں گی, شیطان تو ذبحان. 2 پل ٹوٹ گئے, 2 بکرے ذبح ہو گئے. ہاں جی, کل پرسوں میں نے سینی صاحب کی براڈ پہ کلام پیش کیا, مرزا صاحب کی پیش گئی. پتہ نہیں چوہان صاحب آپ تھے کہ نہیں وہاں تھے؟ میں نہیں تھا وہاں پہ. انہوں نے بمباسٹک کے حوالے کر دی ہے, وہ مسخری ہر وقت کرتا رہتا ہے. میں تو فضول اس کے ساتھ سر کا اس سے نا مایوس نہ ہویا کریں چوہان صاحب. اگر برابری کی سطح پر وہاں بات ہوگی تو مرزائی تو سینی صاحب کی دکان بند کر کے چل جائیں گے نا. نہیں, آپ دیکھیں وہ بکواس وہ شروع کرتا ہے اور حسینی صاحب کو اتار دیتے ہیں سب سے پہلے, پھر اس کو لیتے ہیں. یعنی حسینی صاحب یہ چاہتے ہیں کہ وہ گند پائی رکھے. کوئی بات کرتا ہے وہ ابو ضرون آتا ہے, کوئی بات کرتا ہے وہ اپنا آوازیں نکالنا شروع ہو جاتا ہے. ایسے جاہل انسان ہے. لیکن حسینی صاحب کو وہ پسند ہے تو ٹھیک ہے. نہیں پسند نہیں ہے, پسند نہیں ہے. حسینی صاحب ان کو ایکسٹرا وہ دیتے ہیں, جس کو کہتے ہیں نا ایکسٹرا مارکس دے کے وہ پاس کرنے کی کوشش کرتے ہیں کہ کھڑے رہیں, یہ بھاگے نا. اتنی بات. لیکن وہ کسی کو بات نہیں نہ کرنے دیتا. ویسے تو بیٹھے رہے, مجھے کوئی مسئلہ نہیں میں تو دسنا شاہد پٹی مرزائی تو حسینی یہ سارے دونوں کنجر نے, کنجر. نہیں میں تمہیں صحیح کہہ رہا وا, یہ میرا تجربہ زندگی کا. یہ کنجر خانے نو پسند کرتے ہیں. نہیں حسینی صاحب جڑے نے نہیں نا, حسینی بڑا منافق آدمی جے, وہ بڑا حرامی جے. وہ جڑا وہ شاہد پٹی ہے وہ بھی بہت بڑا حرامی ہے. یہ میں تمہیں لکھ کے دے دینا کیونکہ میں دونوں دیا کرتوتاں ویکھ چکیا وا. یہ دونوں حرامی نے. تسی مرزا صاحب والا نہ کرو کام انہاں نال. نہیں مرزا صاحب والا کام نہیں میں کر رہا, میں تمہیں اپنی آبزرویشن بالکل صحیح دس رہا. ٹھیک ہے تھوڑی حسینی نے کدی منو نہیں چکیا کیونکہ انہوں پتا کہ میں پورا پہننا وا مرزائیاں نو. وہ طارق چوہان صاحب چکتے ہیں اتنے وہ مسخرے نو بٹھا لیندے نے, وہ کنجر نو. وہ جڑا کہندا کہ ہسپتال میں بنوا رہا تو میں کہ تو اپنی بھੈਣ دے ਉਹਦੇ ਵਾਸਤੇ ਬਣਵਾ ਰਿਹਾ ਮੈਂ ਕਿ ਉਹ ਪ੍ਰੈਗਨੈਂਟ ਹੋਈ ਹੈ ਤੇ ਉਹਦਾ ਤੂੰ ਕਰਵਾਉਣਾ ਵੀ. ਕਹਿੰਦਾ ਨਹੀਂ ਆਈ ਕਾਂਟ ਸਪੀਕ ਉਰਦੂ ਬਿਕਾਜ਼ ਯੂ نو ਆਈ ਬੋਰਨ ਇਨ ਅਮਰੀਕਾ. ਮੈਂ ਕਿ ਯੋਰ ਡੈਡ ਵਾਸ ਅ ਜੌਨ ਔਰ ਹੂ ਵਾਸ ਦੈਟ? ਹੀ ਕੇਮ ਟੂ ਯੋਰ ਹਾਊਸ ਔਰ ਯੋਰ ਮਮ ਵੈਂਟ ਟੂ ਹਿਮ? ਉਹ ਜਿਹੜਾ ਮਸਕਰਾ ਜਿਹਦੀ ਤਾਰਕ ਚੌਹਾਨ ਸਾਹਿਬ ਗੱਲ ਕਰ ਰਹੇ ਨੇ. ਕਹਿੰਦਾ ਮੈਨੂੰ ਅੰਗਰੇਜ਼ੀ ਆਉਂਦੀ ਹੈ, ਮੈਨੂੰ ਉਰਦੂ ਦੀ. ਉਹ ਉਂਝ ਸੁਣ ਲਓ, ਉਹਦੇ ਕੋਲ ਹਰ ਕਿਸਮ ਦੀ ਜਨਾਬ ਉਹ ਮਸਕਰੀ ਕਰ ਰਿਹਾ ਹੁੰਦਾ. ਮੇਰੇ ਕੋਲ ਦੱਸਦਾ ਵੇ
ਕਿਉਂਕਿ ਕੰਜਰਪੂਣਾ ਕਰਦਾ ਹੈ ਨਾ। ਦੇਖੋ ਹੁਸੈਨੀ ਸਾਹਿਬ ਜਿਹੜੇ ਨੇ ਉਹ ਤਰਤੀਬ ਉਹਨਾਂ ਬੰਦਿਆਂ ਦੀ ਰੱਖੀ ਹੈ, ਕਿਸੇ ਟਾਈਮ ਉਹਨਾਂ ਨੂੰ ਤੁਹਾਡੀ ਵੀ ਜ਼ਰੂਰਤ ਹੁੰਦੀ ਹੈ। ਨਾ ਨਾ, ਮੈਨੂੰ ਹੁਸੈਨੀ ਕਦੀ ਨਹੀਂ ਚੁੱਕਦਾ। ਮੈਂ ਦੱਸਣਾ ਜਿਸ ਟਾਈਮ ਮਿਰਜ਼ਾਈ ਉਹਨਾਂ ਨੂੰ ਬਹੁਤਾ ਨੱਕ ਲੈ ਆਉਂਦੇ ਨੇ ਨਾ, ਫਿਰ ਉਹ ਤੁਹਾਨੂੰ ਵੀ ਚੁੱਕਣਗੇ, ਆਖਣਗੇ ਆ ਜਾਓ ਇਹਨਾਂ ਦੀ ਠੋਕੋ ਮੰਜੀ। ਤੇ ਇਸੇ ਤਰ੍ਹਾਂ ਉਹਨਾਂ ਨੂੰ ਕਿਸ ਵੇਲੇ ਇਰਫਾਨ ਜੱਟ ਦੀ ਵੀ ਲੋੜ ਪੈ ਜਾਂਦੀ ਮੁਫਤੀ ਮੁਬਸ਼ਰ ਦੇ ਬਿਲ ਮੁਕਾਬਲ। ਜਿਸ ਵੇਲੇ ਮੁਫਤੀ ਸਾਹਿਬ ਜਾ ਕੇ ਤੇ ਗੇਟ ਦਰਵਾਜ਼ੇ ਸਾਰੇ ਖੋਲਣ ਸ਼ੁਰੂ ਹੋ ਜਾਂਦੇ ਨੇ, ਉਹ ਫਿਰ ਆਉਂਦੇ ਨੇ ਇਹਨੂੰ ਮੁਫਤੀ ਸਾਹਿਬ ਦਾ ਰਾਹ ਬੰਦ ਕਰਨ ਵਾਸਤੇ ਇੱਕ ਉਧਰੋਂ ਵੀ ਚਾਹੀਦਾ ਬੰਦਾ ਸਪੀਕਰ ਲਾ ਕੇ ਗੱਲਾਂ ਕਰੇ। ਸੋ ਤੁਸੀਂ ਉਹਦੇ ਨਾਲ ਉਸ ਗੱਲ ਤੋਂ ਐਡਾ ਸ਼ਾਹਿਦ ਪੱਟੀ ਮੈਨੂੰ ਕਿਉਂ ਪਤਾ ਕਿਉਂ ਨਹੀਂ ਚੁੱਕਦਾ? ਪੱਟੀ ਕਿਉਂਕਿ ਉਹਨੂੰ ਮੈਂ ਪੱਟੀ ਕਹਿੰਦਾ। ਪੱਟੀ ਪੀਰ ਸਾਹਿਬ ਨੇ ਉਹਦਾ ਨਾਮ ਪਾਇਆ ਪੱਟੀ। ਹਰਾਮੀ ਹੈ ਪੂਰਾ, ਪਤਾ ਹੈ ਸਾਰਾ ਕੁਝ ਕਿ ਮਿਰਜ਼ਾ ਸਾਹਿਬ 13ਵੇਂ ਖਲੀਫਾ ਨੇ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੇ, ਲੇਕਿਨ ਇਹ ਕੰਜਰਪੂਣਾ ਕਰਕੇ ਬੈਠੇ ਨੇ। ਇਹ ਬਾਜ਼ ਨਹੀਂ ਆਣਗੇ। ਮਰਜ਼ਾਈਆਂ ਨੇ ਚੁੱਕ ਕੇ ਨਬੀ ਬਣਾ ਦਿੱਤਾ ਕਿਉਂਕਿ ਆਪਣੀ ਖਿਲਾਫਤ ਬਣਾਣੀ ਸੀ। ਹੁਣ ਛਿੱਤਰ ਖਾ ਰਹੇ ਨੇ ਹਰ ਪਾਸੋਂ। ਨਿਰਾ ਮਿਰਜ਼ਾਈਆਂ ਦਾ ਵੀ ਕਸੂਰ ਨਾ ਗਿਣੋ। ਜਦੋਂ ਮਿਰਜ਼ਾ ਸਾਹਿਬ ਖਲੀਫਿਆਂ ਦਾ ਹੀ ਹੈ ਨਾ, ਉਹ ਮਿਰਜ਼ਾ ਮਹਿਮੂਦ ਦਾ ਹੀ ਹੈ ਅਸਲ ਕਸੂਰ। ਤੇ ਜਦੋਂ ਮਿਰਜ਼ਾ ਸਾਹਿਬ ਆਂਦੇ ਰਹੇ ਨੇ ਮੈਨੂੰ ਨਬੀ ਕਹਿ ਕੇ ਪੁਕਾਰਿਆ ਗਿਆ, ਰਸੂਲ ਕਹਿ ਕੇ, ਜੇ ਉਹ ਇੱਕ ਮਰੀਦ ਨੇ ਆਖਿਆ ਵੀ ਮਿਰਜ਼ਾ ਸਾਹਿਬ ਮਦਈਏ ਨਬੂਵਤ ਨਹੀਂ, ਤੇ ਮਿਰਜ਼ਾ ਸਾਹਿਬ ਨੇ 12 ਸਫ਼ੇ ਦਾ ਰਸਾਲਾ ਲਿਖ ਛੜਿਆ ਵੀ ਤੂੰ ਬਿਲਕੁਲ ਨਾ ਕਿਉਂ ਕੀਤੀ? ਮੁਤਲਕ ਨਾ ਨਹੀਂ। ਗੱਲ ਹੈ ਕਿ ਮਿਰਜ਼ਾ ਸਾਹਿਬ ਨਬੀ ਕਹਿ ਕਿਹਨੂੰ ਰਹੇ ਨੇ, ਇਹ ਤਾਂ ਕੋਈ ਦੇਖਦਾ ਹੀ ਨਹੀਂ। ਯਾਨੀ ਅਗਰ ਮੈਂ ਕਹਾਂ ਕਿ ਹਰ बंदा ਜਿਹੜਾ 3 पकौड़े रोज खाता है, मेरे ख्याल में मैं उसका नाम नबी रखता हूँ, तो मैं मतलब कि खातम नबीन का मुनकर तो ना हो गया। देखना कि भी उस नबी जो आदमी कहता ਉਹਦੇ ਚ ਕੀ ਉਹ ਯਾਨੀ ਉਹਦੀ डिफाइन किवें करदा ਉਹ नबी ਨੂੰ। तो उन्होंने क्या मुकालमा मुखत लाई है तजदीद दीन के लिए मामूर होने वाला। तो ये गल तो हज़रत मुहम्मद सल्लल्लाहु अलैहि वसल्लम फरमाई मुजद्दद दा, वो मिर्ज़ा साहब ने कोई नवी चीज़ तो शुरू नहीं की, उन्होंने सिर्फ डिस्क्राइब किया उस चीज़ को। ख्वाजा तनवीर साहब फरमाते ने कि तुहानू जमात चों कढिया गया। सही कह रहे हैं। ਸ਼ਾਹਿਦ ਪੱਟੀ ਦਾ ਜਿਹੜਾ ਹਰਾਮੀ ਪਾਉਂਦੇ ਨਾ, ਸ਼ਾਹਿਦ ਪੱਟੀ ਦਾ, ਉਹ ਮੈਨੂੰ ਉਦੋਂ ਨਜ਼ਰ ਆ ਗਿਆ ਸੀ ਜਦੋਂ ਕੱਲ੍ਹ ਉਹਦਾ ਫੈਸਲਾ ਹੋ ਰਿਹਾ ਸੀ। ਤਾਰਿਕ ਚੌਹਾਨ ਸਾਹਿਬ ਬਣੇ ਸੀਗੇ ਜੱਜ, ਤੇ ਉਹ ਮਰਜ਼ਈਆਂ ਨੂੰ ਚੁੱਕੀ ਜਾਂਦਾ ਸੀ ਉੱਤੇ, ਤੇ ਤਾਰਿਕ ਚੌਹਾਨ ਸਾਹਿਬ ਨੂੰ ਨਹੀਂ ਸੀ ਮੈਂ ਥੱਲੇ ਬੈਠਾ ਹੋਇਆ ਸੀ, ਉਹ ਥੱਲੇ ਬੈਠੇ ਹੋਏ ਸੀ। ਔਰ ਉਹ ਜਿਹੜਾ ਆਪਣਾ ਕੀ ਨਾਮ ਕਾਰੀ ਉਹ ਜਿਹਦਾ ਮਦਰਸਾ ਵੀ ਹੈ, ਕੀ ਨਾਮ, ਜ਼ਿਆ ਰਸੂਲ ਦਾ ਝਗੜਾ ਸੀਗਾ। ਅੱਛਾ, ਉਹਦੇ ਵਿੱਚ ਸ਼ਾਹਿਦ ਭੱਟੀ ਕਹਿੰਦਾ ਮੈਨੂੰ ਤੇ ਤਾਰਿਕ ਚੌਹਾਨ ਸਾਹਿਬ ਨਜ਼ਰ ਹੀ ਨਹੀਂ ਆਏ ਥੱਲੇ। ਹਰਾਮੀ ਝੂਠਾ ਇਹ ਮਰਜ਼ਈ ਕੋਈ ਵੇਖ ਲੋ ਹਰਾਮੀ ਨਿਕਲੇਗਾ। ਅੱਛਾ, ਜੁਮੇਰਾਤ ਨੂੰ ਨਵੀਦ ਦੀ ਬਰਾਤ ਤੇ ਉਹ ਜਿਹੜਾ ਲੁਕਮਾਨ ਸਹੀ ਉਹਦੇ ਨਾਲ ਮੁਕਾਲਮਾ ਹੈ ਅਲ-ਵਸੀਅਤ ਤੇ ਰਿਸਾਲਾ ਅਲ-ਵਸੀਅਤ ਤੇ। ਉਹ ਕਹਿੰਦਾ ਮੈਂ ਤੁਹਾਨੂੰ ਖਿਲਾਫਤ ਸਾਬਤ ਕਰਕੇ ਦਿਆਂਗਾ। ਮਿਰਜ਼ਾ ਸਾਹਿਬ ਨੇ ਕਿਹਾ ਹੈ ਜੀ, ਉਹ ਨਵੀਦ ਨਹੀਂ, ਨਵੀਦ ਜਿਹੜਾ ਵੜਾਇਆ ਚ ਕਿ ਢੂੰਡ ਲਓ ਮੁਝੇ। ਨਹੀਂ, ਨਵੀਦ ਸਾਡਾ ਮੁਸਲਮਾਨ ਬੰਦਾ। ਅੱਛਾ, ਉਹਦੀ ਬਰਾੜ ਤੇ ਲੁਕਮਾਨ ਜੱਜੇ ਨਾਲ, ਲੁਕਮਾਨ ਸਾਹੀ ਨਾਲ किस मौजू थे? मौजू है रिसाला अल-वसीयत में मिर्ज़ा साहब ने अपनी खिलाफत जारी की है। वो उन्होंने मौकफ है, उन्होंने मौकफ है कि जेड़ी खिलाफत है रिसाला अल-वसीयत लिखी। हाँ जी, वो दे मुताबिक है। ठीक, तो तुसा की जवाब च दावा की? मेरा दावा है कि उन्होंने अपनी खिलाफत का कोई भी जिक्र नहीं किया। ठीक, 7 ਵਜੇ शामी जुमेरात ਨੂੰ ਉਹ ਮੁਦਈ ਨੇ ਤੇ ਤੁਸੀਂ ਮੁੱਦਾ ਲਾਇਆ। हाँ जी, और गल होएगी रिसाला अल-वसीयत पे 7 ਵਜੇ यूरोपियन टाइम के? हाँ जी, यूरोपियन टाइम 7 बजे जुमेरात ਨੂੰ। हाँ जी, बहुत आला, अच्छा प्रोग्राम है। मैं तो बड़ा खुश हूँ कि कोई आया है बंदा। ਬੰਦਾ ਵੀ ਉਹ ਤੇ ਕਹਿੰਦੇ ਸਾਫ਼ ਲਿਖਿਆ ਹੋਇਆ ਉਹਦੇ ਵਿੱਚ ਮਿਰਜ਼ਾ ਸਾਹਿਬ ਨੇ ਆਪਣੇ ਖਿਲਾਫ। ਮੈਂ ਕਿਹਾ ਜੇ ਲਿਖਿਆ ਹੋਇਆ ਫਿਰ ਤੇ ਮੈਂ ਉਹਦੇ ਨਾਲ ਵਾਅਦਾ ਕੀਤਾ ਹੈ कि अगर यह साबित हो गया कि मिर्ज़ा साहब ने अपनी खिलाफत जारी की है, मैं उसे ही बरौट से मिर्ज़ा मसरूर साहब की बैत करांगा। सुभान अल्लाह। अकबर खान साहब वेख्यो मतलब चौहान साहब जाते ही ना जे रहन पलिया पलाया मौलवी ना उन्होंने दे दिया जे। नहीं, चौहान साहब नहीं जानते। चौहान साहब इन्होंने लितर मारना उससे पैदा हुए ने। लकमान साहब बंदा ठीक है,
ਵੇਖਨੇ ਹੁਣ ਕੀ ਹਾਂ, ਉਹ ਲੁਕਮਾਨ ਸਾਈ ਨੂੰ ਬੰਦਾ ਮੈਂ ਇੱਕ ਆਪਸ਼ਨ ਹੋਰ ਦਿੱਤੀ ਹੈ। ਹਾਂ ਲੁਕਮਾਨ ਸਾਈ ਨੂੰ ਮੈਂ ਕਿਹਾ ਕਿ ਅੱਲਾਹ ਤਾਲਾ ਕੁਰਾਨ 'ਚ ਕਹਿ ਰਿਹਾ ਕਿ ਮੋਮਨੋ, ਜਦੋਂ ਤੁਹਾਡੇ ਦਰਮਿਆਨ ਆਪਸ ਵਿੱਚ ਮਜ਼ਹਬੀ ਇਖਤਲਾਫ ਪੈਦਾ ਹੋਵੇ ਤੇ ਅੱਲਾਹ ਔਰ ਉਹਦੇ ਕੁਰਾਨ ਨਾਲ, ਅੱਲਾਹ ਔਰ ਉਹਦੇ ਰਸੂਲ ਨਾਲ ਰਜੂ ਕਰੋ। ਤੇ ਮੈਂ ਕਿਹਾ ਇਹ ਰਜੂ ਕਰੋਗੇ ਅਗਰ ਤੁਸੀਂ ਇੱਕ ਦੂਸਰੇ ਦੇ ਨਹੀਂ, ਦੂਸਰੀ ਅਕਬਰ ਖਾਨ ਕੁਦਰਤ ਤੇ ਸਾਹਿਬ, ਅੜ ਇਹ ਗਏ। ਗੱਲ ਤੇ ਤੁਸੀਂ ਮਿਰਜ਼ਾਈਆਂ ਵਾਲੀ ਕੀਤੀ ਹੈ ਕਿ ਰੂਹਾਨੀ ਖਜ਼ਾਨੇ ਨੂੰ ਛੱਡ ਕੇ ਅਸੀਂ ਕੁਰਾਨ ਵੱਲ ਜਾਈਏ। ਉਹ ਤੇ ਕੁਰਾਨ ਦੀ ਫਿਰ ਜਿਹੜੀ ਉਹ ਤਫਸੀਰ ਨਹੀਂ ਕਰਦੇ ਨਹੀਂ ਨੇ, ਉਹ ਨਹੀਂ ਤੇ ਸਾਨੂੰ ਵਾਰਾ ਨਹੀਂ ਨਹੀਂ ਕਰਨਾ। ਨਹੀਂ ਉਹ ਮਿਰਜ਼ਾ ਸਾਹਿਬ ਨੇ ਕੀਤੀ ਹੈ, ਮੈਂ ਨਹੀਂ ਕੀਤੀ, ਮਿर्जा साहब ने की है। मिर्जा साहब ने किया वे कि हर कौल और हर हदीस को पर कुरान को फोकियत दो, जो कुरान को इज्जत देगा वो आसमान पे इज्जत पाएगा। तो कुरान ने तो फैसला कर दिता होया कि रसूल पाक सल्लल्लाहु अलैहि वसल्लम के खलीफे क़यामत तक आएंगे। लेकिन ये गल किहदे वास्ते कही गई है? मोमना वास्ते, कि मोमन उस तरफ रजू करें। ते मरज़ई तो मोमन है ही नहीं, ते इन्हां ने रजू नहीं करना उधर। आसमान दे नीचे बदतरीन मखलूक है, बदतरीन मखलूक, बिल्कुल। वैसे गौर करना पेगा अमर नज़ीर साहब की गल दे उत्ते कि किते तारक चौहान साहब नूं मरज़ई तोड़ ही ना लैण। नहीं अगर ते वसी गल है कि मिर्जा साहब ने अल-वसी च अपनी खिलाफत जारी की तो फिर मैं क्यों नहीं मनांगा उन्होंने? मैं जरूर मनांगा। मैनू किसी का डर मारी दा? अगर मैं जंबा साहब नूं मान सकना खलीफा जी छड्ड के, तो मैं वापस क्यों नहीं जा सकता? कौन रोकेगा मैनू? कोई भी नहीं। ख्वाजा साहब आ गए ने जी, हुण वो हजरत ईसा का नाम लेंगे, देखो किवें लोकी भजदे ने। चौहान साहब की हाल जे? चलो जी ख्वाजा साहब, लो जी ईसा अलैहिस्सलाम का नाम लेना है कि खिलाफत का नाम लेना? बोल मखना। और चौहान साहब वी है तो दू चौहान वही तो जो वही और दो होर मोर दू हर मोर दो लगता स्वीडन का चक्कर ला के गए ने। मैं स्वीडन रहा बड़ी देर भा, तेन मैं उत्ते मस्जिद च देखिया। ਜਿਹੜੇ ਉੱਥੇ ਸਵੀਡਨ ਦੇ ਸ਼ਾਇਦ ਤੈਨੂੰ ਭੁੱਲ ਗਿਆ। ਰਿਸ਼ਤੇਦਾਰ ਨੇ, ਇਹਨਾਂ ਦੇ ਰਿਸ਼ਤੇਦਾਰ ਨੇ। ਚੌਹਾਨ ਤੈਨੂੰ ਭੁੱਲ ਗਿਆ ਤੇ ਤੈਨੂੰ ਮੈਂ ਉਹ ਮਸਜਿਦ ਚ ਦੇਖਿਆ ਮਿਰਜ਼ਾ ਮਸੂਦ ਦੇ ਨਾਲ, ਯਾਦ ਹੀ कि नहीं? याद है जरा जरा तुम्हें याद हो, जरा जरा सा याद है, तुम्हें याद हो कि ना याद हो। क्या बात है। हाँ चौहान, तू गल मन भी लई ना, तेरी बैत दोबारा कबूल नहीं होनी, कसम है। हैं शुक्र है। ਤੁਹਾਡੀ ਮਿਰਜ਼ਾਈ ਤੇ ਹੁਣੀ ਲਾਨਤ ਪਾ ਦੇਣਾ, ਫਿਰ ਤੁਹਾਨੂੰ ਫਿਕਰ ਨਹੀਂ ਕਰੋ। तेरी ना बैत मंजूर नहीं होनी चौहान, तू जिन्ना मर्जी जोर ला ला, जो तू काम दिखाए ना ते ਸਰੂਰ ਨੂੰ ਦੱਜਾਲ ਸਮਝਣਾ ਹੈ, ਮੈਂ ਕਿਉਂ ਉਹਦੀ ਬੈਤ ਕਰਾਂ? जो तू स्वीडन च काम दिखाए ना, वो तेरी नहीं कबूल होनी बैत। अच्छा, मैं बहुत अरसे तो तेन जानना यार, तू मेरा हम उम्र ही है तकरीबन 70 साल का। ਤੇ ਜਦੋਂ ਮੈਂ ਕੰਮ ਦਿਖਾ ਰਿਹਾ ਸੀ ਉਦੋਂ ਤੂੰ ਕੀ ਕਰ ਰਿਹਾ ਸੀ? ਮਿਰਜ਼ਾ ਮਸੂਦ ਦੀ ਪਿੱਠ 'ਚ ਵੜਿਆ ਹੋਇਆ ਸੀ ਤੂੰ। ਮੈਂ ਤੇਰੀਆਂ ਹਰਕਤਾਂ ਹੱਸਣਾ। ਮੈਂ ਜੁੰਬਾ ਸਾਹਿਬ ਨੂੰ ਵੀ ਜਾਣਦਾ ਬੜੇ ਅੱਛੇ ਤਰੀਕੇ ਨਾਲ, ਸਮਝ ਗਏ? ਉਹ ਸਾਡੇ ਉੱਥੇ ਮਿਰਜ਼ਾਈਆਂ ਦੇ ਪੋਤੜਿਆਂ ਤੋਂ ਵਾਕਿਫ ਹਾਂ। ਆਹੋ, ਤੇ ਜਦੋਂ ਮਿਰਜ਼ਾ ਮਹਿਮੂਦ ਗਿਆ ਸੀ ਨਾ ਨੰਗੀ ਔਰਤਾਂ ਨੂੰ ਵੇਖਣ, ਉਹ ਸਾਰਾ ਮੈਨੂੰ ਪਤਾ ਹੈ। ਉੱਥੇ ਤੂੰ ਨਾਲ ਸਨ। ਜਦੋਂ ਤੂੰ ਕਹਿੰਦਾ ਸੀ ਨਹੀਂ ਤੁਸੀਂ ਨਾ ਜਾਓ, ਮੇਰੀ ਬਾਜੀ ਨੂੰ ਵੇਖ ਲਓ, ਉੱਥੇ ਨਾ ਜਾਓ, ਪਰ ਉਹਨੇ ਨਹੀਂ ਮੰਨੀ। ਤੇ ਉਹ ਜਿਹੜਾ ਸੀ, ਤੂੰ ਉਹਦੇ ਨਾਲ ਟਿਕਟਾਂ ਵੀ ਬਲੈਕ ਕਰਦਾ ਰਿਹਾ ਜੰਬਾ ਸਾਹਿਬ ਨਾਲ ਕਰਾਚੀ ਚ, ਕਿ ਨਹੀਂ? ਦੱਸਦਾ ਕਿਉਂ ਨਹੀਂ? ਨਾਲ ਸਨ ਤੂੰ ਉਹਨਾਂ ਦੇ। मिर्जा मसरूर कहता निदा ने तुमने खुद ही तो अच्छा, अपने आप को पेश किया था। देखो, और लख दी लानत जे मरजाइयो पेश कर दियो धीਆਂ ਭੈਣਾਂ ਨੂੰ। ਆਮਰ ਸਾਹਿਬ ਖਲੀਫਾ ਗੰਦ ਬਕ ਰਿਹਾ ਵੇ ਸਾਹਿਬ ਕੁੱਤਾ। ਹੁਣ ਦੇਖੋ, ਉਹ ਟਿਕਟਾਂ ਬਲੈਕ ਕਰਨ ਦੀ ਗੱਲ ਤੇ ਜਵਾਬ ਹੀ ਨਹੀਂ ਜੀ ਦੇ ਰਿਹਾ। ਨਹੀਂ ਤੇ ਉਹ ਜਿਹੜਾ ਜਿਹਨੂੰ ਮਸੀਹ ਮੌਤ ਮੰਨ ਕੇ ਬੈਠੇ ਹੋ, ਉਹਦੇ ਅੱਗੇ ਨੰਗੀਆਂ ਔਰਤਾਂ ਨਹਾਉਂਦੀਆਂ ਹੁੰਦੀਆਂ ਸੀ, ਉਹਨੂੰ ਤੇ ਮਸੀਹ ਮੌਤ ਮੰਨ ਲਿਆ। ਤੇਰੇ ਅਕਬਰ, ਤੇਰੇ ਬਜ਼ੁਰਗਾਂ ਨੇ ਵੀ ਮੰਨਿਆ, ਤੂੰ ਆਪਣੇ ਬਜ਼ੁਰਗਾਂ ਦੀ ਬੇਇੱਜ਼ਤੀ ਨਾ ਕਰ। ਉਹ ਮੈਂ ਲਾਨਤ ਭੇਜਦਾ ਵਾ ਜਿਨ੍ਹਾਂ ਨੇ ਮੰਨਿਆ ਵੇ, ਜੇ ਮੁਜੱਦਦ ਤੋਂ ਬਾਅਦ ਜਿਨ੍ਹਾਂ ਨੇ ਇਨਕਾਰ ਨਹੀਂ ਕੀਤਾ।
ਮੈਂ ਉਹਨਾਂ ਸਾਰਿਆਂ ਤੇ ਆਪਣੇ- ਲਾਨਤ ਭੇਜਣਾ। ਆਪਣੇ ਵਾਲਦ ਤੇ ਵੀ? ਉਹ ਤੇ ਮੇਰੇ ਵਾਲਦ ਦੇ ਦੌਰੇ 'ਚ ਮੁਜੱਦਦ ਦਾ ਜ਼ੋਰ ਹੀ ਨਹੀਂ ਸੀ ਹੋਇਆ। ਤੇਰੇ ਵਾਲਦ ਦੇ ਉੱਤੇ ਮੈਂ ਲਾਨਤ ਭੇਜਣਾ, ਤੇਰੇ ਜੰਮਣ ਦੇ ਉੱਤੇ ਨਹੀਂ। ਲਾਨਤ ਭੇਜਣਾ ਕਿ ਮੁਜੱਦਦ ਦਾ ਜ਼ੋਰ ਹੋ ਗਿਆ ਵੇ ਤੇ ਤੁਸੀਂ ਕੁੱਤੇ ਮਰਜ਼ਾਈ ਮੰਨ ਨਹੀਂ ਰਹੇ। ਅਕਬਰ ਤੇਰੇ ਦਾਦਾ ਜੀ ਨੇ ਬੈਤ ਅੱਛਾ ਇਹ ਦੱਸ ਕਿ ਮਿਰਜ਼ਾ ਸਾਹਿਬ ਨੰਗੀਆਂ ਔਰਤਾਂ ਸਾਹਮਣੇ ਤੇ ਨਹਾਉਂਦੀਆਂ ਸੀ ਤੇਰੇ- ਤੇ ਕੁੱਤੇ ਤੇਰੇ ਦੇ ਉਹ ਬੱਚੇ ਦਾਦਾ ਉਹਨੂੰ ਜੀ- ਮਸੀਹ ਮੌਤ ਮੰਨ ਕੇ ਬੈਠੇ ਹੋ। ਤੇਰੇ ਦਾਦਾ ਜੀ ਨੇ ਗਲਤ ਫੈਸਲਾ ਉਹ ਕੀਤਾ मरज़ई ਸੀ। ओ मरज़ई मेरे सवाल का जवाब दे। मिर्जा मसूद ओ कहते यार, तुमने खुद अकबर, पेश किया था। ओ मरज़ई ओ लानती प्यारे- कंजरखाना ओ खुलिया प्यारे होया है, अकबर, ਤੁਸੀਂ कंजरखाना ਆਪਣੇ- खुलिया होया है और लानती मरज़ई जवाब दे मेरी गल दा। ਤੁਸੀਂ ओ ਆਪਣੇ मरज़ई मेरी ਵਾਲਿदैन ਤੇ लानती ਲਾਨਤ मरज़ई मेरी ਭੇਜਦੇ। गल का जवाब दे। नंगिया औरतों कुत्ते के हिस्से तो मरिया मिर्जा महमूद, वो कुत्ता है, कुत्ते के हिस्से पे मरेगा। जवाब दे अच्छा, तो मरिया कि नहीं मरिया ਤੁਸੀਂ- कुत्ते के हिस्से? ਤੇਰੇ ਤੁਹਾਡੇ तुम ਦੋਨਾਂ भी ਦੇ अपनी खिलाफत का ਵਾਲਿदैन ਨੇ तरीका इजाद कर लो क्योंकि ਤੁਹਾਡੇ ईसाइयों ਦੋਨਾਂ की ਦੇ ਵਾਲਿदैन ਨੇ ओ बैत मरज़ईओ ਕੀਤੀ ਤੁਹਾਡੀ ਸੀ। खिलाफत ईसाइयों के तरीक ते है। खुदा ने अच्छा, खलीफा तो- बना दिया, लख दी लानत है ਤੁਹਾਡੇ ਜੰਮਣ ਦੇ ਉੱਤੇ। ਪਹਿਲੇ ਦੋਨੋਂ ਤੁਸੀਂ ਆਪਣੇ ਵਾਲਿदैन ਤੇ ਲਾਨਤ ਪਾਓ ਕਿਉਂਕਿ ਉਹਨਾਂ ਨੇ मिर्जा साहब ते पहले लानत पा जिन्होंने नवा दीन बनाया मुसलमानों चों ਮਿਰਜ਼ਾ निकल के। ਸਾਹਿਬ ਨੂੰ ਤੇਰੇ मिर्जा ਵਾਲਿदैन ਨੇ साहब तो ਮੰਨਿਆ पहले ਸੀ। लानत पा फिर साढ़े ते पाई। मिर्जा ਸਿਰਫ साहब तो ਤੈਨੂੰ- पहले लानत पा। ਸਿਰਫ ਤੈਨੂੰ ਚੰਦਾ ओ ਦੇਣ ਤੋਂ कंजर मर ਤਕਲੀਫ रही, ਹੋਰ ओ ਗੱਲ कंजर मर ਕੋਈ ਨਹੀਂ। रही, पहले मिर्जा साहब ते लानत पा फिर साढ़े ते ਸ਼ੁਕਰ पाई। ਹੈ ਇੰਜ ਦੇ ਗੰਦੇ ਆਂਡੇ ਨਿਕਲ मिर्जा ਗਏ साहब तो ਜਮਾਤ पहले ਚੋਂ। लानत पा के 52 साल तक हज़रत ईसा अलैहिस्सलाम ने आसमान ते जिंदा समझ नहीं दे रहे, बाद जो उन्होंने मुर्दा करार दे दिता। लानत पा मिर्जा साहब ते। ਤੇ ਤੇਰੇ ਵਾਲਿਦ ਸਾਹਿਬ ਨੂੰ ਨਹੀਂ ਪਤਾ मिर्जा ਚੱਲਿਆ? मसरूर से लानत पा कंजर दे उत्ते जिन्हें पेश कीता निदा नूं। ਨਹੀਂ ਨਹੀਂ ਪਾ ਲਾਨਤ। ਤੇਰੇ ਵਾਲ मिर्जा ताहिर ते लानत पा जड़ा रो रो के 2000 ਦੇ ਜਲਸੇ ਤੇ ਆਪਣੇ ਦੁਆਵਾ ਕਿ ਅੱਲਾਹ ਤਾਲਾ ਮੁਝੇ ਮੁਸਲਿਮ ਮੌਤ ਬਣਾ ਦੇ। ਪਹਿਲੇ ਉਹਦਾ ਅੱਬਾ ਬਣਿਆ ਸੀ ਲਾਨਤੀ ਦਾ। ਅੱਛਾ ਪਾ ਪਹਿਲੇ ਲਾਨਤ। ਤੂੰ ਨਾ मिर्जा ਪਹਿਲੇ नासिर ਆਪਣੇ- ਉੱਤੇ ਲਾਨਤ ਪਾ ਜਿਹੜਾ ਕਹਿੰਦਾ ਕਿ मुजद्दद की हदीस झूठी है, पा लानत। मिर्जा अच्छा, मसरूर पहले कहता तू- मुजद्दद का जिक्र ना कुरान में ना हदीस में, पा लानत मरज़ई, पा पहले लानत। दो- मिर्जा साहब कहते पहले- थे मुजद्दद का जिक्र कुरान में भी है, हदीस में भी है। मरज़ई ਅਮਰ पा ਸਾਹਿਬ लानत। ਆ ਦੇਖ ਲਓ ਇਹ ਸੁਣਦਾ ਹੀ ਨਹੀਂ ਜੀ। ਮਰਜ਼ਾਈ ਲਾਨਤ ਪਾ ਇਹਨਾਂ ਕੁੱਤਿਆਂ ਦੇ ਉੱਤੇ। ਮਰਜ਼ਾਈ ਲਾਨਤ ਪਾ ਇਹਨਾਂ ਕੁੱਤਿਆਂ ਦੇ ਉੱਤੇ। ਠੀਕ ਹੋ ਗਿਆ ਤੇ ਪਹਿਲੇ ਤੂੰ ਆਪਣੇ ਬਜ਼ੁਰਗਾਂ ਤੇ ਲਾਨਤ ਪਾ। ਪਹਿਲੇ ਤੂੰ ਇਹਨਾਂ ਕੁੱਤਿਆਂ ਦੇ ਉੱਤੇ ਪਾ ਤੇ ਫਿਰ ਮੈਂ ਪਾਵਾਂਗਾ ਤੇਰੇ ਉੱਤੇ ਵੀ। ਨਹੀਂ ਪਹਿਲੇ ਤੂੰ ਪਾ ਫਿਰ ਮੈਂ ਪਾਣਾ। ਮੈਂ ਉਹਨਾਂ ਬਜ਼ੁਰਗਾਂ ਸਾਰਿਆਂ ਦੇ ਉੱਤੇ ਲਾਨਤ ਭੇਜਦਾ ਵਾਂ ਜਿਹੜੇ ਮਾਸ਼ਾਅੱਲਾ, ਮੁਜੱਦਦ ਦੇ ਜ਼ੋਰ ਮੁਬਾਰਕ ਤੋਂ ਬਾਅਦ ਹੋਏ। ਉਹਨੂੰ ਨਹੀਂ ਮੰਨ ਰਹੇ, ਉਹਨਾਂ ਸਾਰਿਆਂ ਦੇ ਉੱਤੇ ਮੈਂ ਲਾਨਤ ਭੇਜਣਾ। ਮੈਂ ਲਓ ਜੀ, ਉਹਦੇ ਚੌਹਾਨ ਸਾਹਿਬ, ਸਮੇਤ ਇਹ ਮਿਰਜ਼ਾ ਮਿਰਜ਼ਾਈ ਤੇ ਮਸਰੂਰ ਕਹਿੰਦੇ ਤੇ ਵੀ ਸੀ ਮੈਂ ਲਾਨਤ ਭੇਜਣਾ, ਹਜ਼ਰਤ ਤੇਰੇ ਤੇ ਈਸਾ ਵੀ ਦਾ ਨਾਂ ਲਾਨਤ ਲਾਂਗਾ ਭੇਜਣਾ। ਤੇ ਸਾਰੇ ਭੱਜ ਜਾਣਗੇ। ਚੌਹਾਨ ਉਹ ਸਾਹਿਬ ਮੌਜਜ਼ਾ ਤੇ ਦਿਖਾਇਆ ਨਹੀਂ ਅਜੇ ਤੱਕ ਮਿਰਜ਼ਾਈ ਨੇ। ਚੌਹਾਨ ਸਾਹਿਬ ਤੁਹਾਡੇ ਬਜ਼ੁਰਗਾਂ ਉਹ ਤੇ ਮਰਜ਼ਈ, ਲਾਨਤ ਉਹ ਪਾਤੀ ਮਰਜ਼ਈ, ਜੀ ਅਲੀ ਉਹ ਅਕਬਰ ਨੇ। ਕੁੱਤੇ ਮਰਜ਼ਈ, ਉਹ ਕੁੱਤੇ ਮਰਜ਼ਈ ਪਾ ਲਾਨਤ ਹੈ ਇਹਨਾਂ ਮਰਜ਼ਈ ਖਲੀਫਿਆਂ ਦੇ ਉੱਤੇ। है तेरे ਝੂਠਿਆਂ पास ਦੇ क्या ਉੱਤੇ, गालियों ਬਦਕਾਰਾਂ के ਦੇ सिवा? ਉੱਤੇ। वो कुत्ता तेरे है, पास कुत्ते क्या के हिस्से में गालियों के मरेगा, सिवा? मरिया कुत्ते दे हिस्से ते। है मरिया मेरे कुत्ते दे साथ हिस्से ते। ताईद रब्बुल वरा। हाँ ताईद नजर आ गई है, छितर पै रहे पूरी दुनिया 'ਚ ਤੁਹਾਨੂੰ। ਤਾਈਦ ਤੇ ਮਿਰਜ਼ਾ ਸਾਹਿਬ ਨਾਲ ਹੈ, ਤੁਹਾਡੇ ਨਾਲ ਕੋਈ ਤਾਈਦ नहीं हैगी। ਤੁਹਾਡੇ ਨਾਲ ਤੇ पेश किया था, औरतें नंगी गई थी सीसल होटल से, एक कंजरी को लेके गए थे इंग्लिश सिखाने के लिए इटालियन को। अच्छा, मिर्जा और नासिर उस कहता है वक्त- मुजद्दद की हदीस ही झूठी है। उस वक्त ते बड़ा दिल करदा मिर्जा सी कि ताहिर कहता अहमदियत- मेरे लिए दुआ करे अल्लाह ताला, वो और लख दी लानत मरज़ईओ बगैर तो। अहमदियत ਦੀ ਵਜ੍ਹਾ ਨਾਲ ਅਜ਼ੀਲ ਕਰਾਉਂਦੇ ਸੋ ਸਿਆਸੀ ਪਨਾਹ ਦੀ। ਉਸ ਵੇਲੇ ਤੇ ਬੜੇ ਨਸ ਨਸ ਆਉਂਦੇ ਸੋ। ਆਹ ਹੁਣ ਤੇ ਮੇਰੇ ਮਿਰਜ਼ਾ ਸਾਹਿਬ ਨੇ ਤੇ ਜਦੋਂ ਹੁਣ ਮੁਸਲਮਾਨ ਗਾਲਾਂ ਔਰਤਾਂ ਨਾਲ ਕੱਢਦੇ। ਸ਼ਾਦੀ ਕੀਤੀ ਸੀ ਉਦੋਂ ਤੇ ਬੜੇ ਉਹਨਾਂ ਨੇ ਮਜ਼ੇ ਉਡਾਏ ਸੀਗੇ ਤੇ ਬੜਾ ਬੜਾ ਬਾਅਦ ਵਿੱਚ ਆਪਣਾ ਦੀਨ ਬਣਾ ਲਿਆ। ਸਰਟੀਫਿਕੇਟ ਲਿਆ ਸੀ ਜਮਾਤ ਦਾ ਉਹ ਉਦੋਂ ਭੁੱਲ ਗਏ। ਮਿਰਜ਼ਾ ਸਾਹਿਬ ਨੇ ਜਦੋਂ ਮੁਸਲਮਾਨਾਂ ਚੋਂ ਨਿਕਲ ਕੇ ਆਪਣਾ ਦੀਨ ਬਣਾਇਆ ਉਦੋਂ ਤੇ ਬੜੇ ਖੁਸ਼ ਹੋਏ ਸੀ। ਯੂਰਪ 'ਚ ਜਦੋਂ settle 52 ਸਾਲ ਹੁੰਦੇ ਈਸਾ ਅਲੈਹਿਸਲਾਮ ਨੂੰ ਅਸਮਾਨ ਤੇ ਜ਼ਿੰਦਾ ਰੱਖਿਆ ਉਦੋਂ ਤੇ ਬਾਅਦ ਵਿੱਚ ਬਾਜ ਮੁਰਦਾ ਸਾਬਤ ਕਰ ਦਿੱਤਾ। ਫਿਰ ਬਾਅਦ ਵਿੱਚ ਖੁਦ ਹੀ ਮਸੀਹ ਇਬਨ ਮਰੀਮ ਵੀ ਬਣ ਗਏ, ਇਹ ਇਬਨ ਚਿਰਾਗ ਬੀਬੀ ਦਾ ਮੁੰਡਾ। ਉਹ ਦੱਸ ਕਿਵੇਂ ਬਣੇ? ਇਹ ਦਰਦ ਸਹਿਬ ਹੀ ਹੋਇਆ, ਸਾਰਾ ਕੁਝ ਹੋਇਆ। ਇਬਨ ਹਾਂ, ਮਰੀਮ ਤੂੰ- ਕਿਸ ਤਰ੍ਹਾਂ ਬਣ ਗਏ ਉਹ? ਆ ਤੋ ਤੂੰ ਜਵਾਬ ਨਿਕਲਿਆ ਦੇ ਨਾ ਸੀ ਨਾ ਮਰਜ਼ਈ, ਉਹਦੇ ਚੋਂ। ਜਵਾਬ ਦੇ। ਹੈ ਅਕਬਰ ਤੂੰ ਨਿਕਲਿਆ ਸੀ ਉੱਥੋਂ। ਅੱਛਾ ਮੈਂ ਉੱਥੋਂ ਨਿਕਲਿਆ ਸੀ ਤੇ ਤੇਰੀ ਅੰਮੀ ਕਿੱਥੋਂ ਨਿਕਲੀ ਸੀ ਬਗੈਰਤਾ? ਉਹ ਨਸ ਗਿਆ ਕੁੱਤਾ, ਨਸ ਗਿਆ ਕੁੱਤਾ, ਨਸ ਗਿਆ ਕੁੱਤਾ ਮਰਜ਼ਈ, ਕੁੱਤੇ ਮਰਜ਼ਈ ਲਾਂਤੀ ਜਿਹਦੇ ਝੂਠੇ ਪੂਰੀ ਦੁਨੀਆ ਤੇ ਜ਼ਲੀਲ ਹੋ ਰਹੇ ਨੇ। ਅੱਛਾ ਕੰਜਰਾਂ 'ਚ ਇੰਨੀ ਹਿੰਮਤ ਨਹੀਂ ਹੈਗੀ ਕਿ ਮਿਰਜ਼ਾ ਮਸੂਰ ਦਾ ਗੱਲਾ ਫੜਨ ਕਿ ਭੈਣ ਜੀ ਕਾ ਤੂੰ ਕਹਿੰਦਾ ਮੁਜੱਦਦ ਦਾ ਨਾ ਜ਼ਿਕਰ ਕੁਰਾਨ 'ਚ ਨਾ ਹਦੀਸ 'ਚ।
ਉਹ ਕੰਜਰ ਦੇ ਆ ਬੱਚਿਆ ਮਿਰਜ਼ਾ ਸਾਹਿਬ ਤਾਂ ਕੁਝ ਹੋਰ ਕਹਿ ਰਹੇ ਨੇ ਔਰ ਮਿਰਜ਼ਾ ਨਾਸਰ ਵੀ ਇਹੀ ਗੱਲ ਕਹਿ ਗਿਆ ਮਿਰਜ਼ਾ ਤਾਹਿਰ ਵੀ ਇਹੀ ਗੱਲ ਕਹਿ ਗਿਆ ਮਿਰਜ਼ਾ ਮਹਿਮੂਦ ਵੀ ਇਹੀ ਗੱਲ ਕਹਿ ਗਿਆ ਜਿਹੜਾ ਕੁੱਤੇ ਦੇ ਹਿੱਸੇ 'ਚ ਮਰਿਆ ਉਹਨਾਂ ਨੂੰ ਨਹੀਂ ਮਰਦਾ ਹੀ ਪੁੱਛਦੇ ਜਾ ਕੇ ਕਿਉਂਕਿ ਅਖਰਾਜ ਦੀ ਸਜ਼ਾ ਮਿਲੇਗੀ ਡਰਦੇ ਨੇ ਲਾਂਤੀ ਡਰਦੇ ਨੇ ਮਰਦਾ ਹੀ ਰਿਸ਼ਤੇਦਾਰ ਬੋਲਣਾ ਛੋੜ ਦੇਣਗੇ ਲਾਨਤ ਇਹੋ ਜਿਹੇ ਰਿਸ਼ਤੇਦਾਰਾਂ ਦੇ ਉੱਤੇ ਜਿਹੜੇ ਝੂਠ ਦੇ ਨਾਲ ਖੜੇ ਨੇ ਛੱਡ ਜਾਣ ਸੱਚ ਦੇ ਨਾਲ ਖੜੇ ਹੋਵੋ ਬਗੈਰਤ ਲੋਕ ਮਿਰਜ਼ਾ ਨਾਸਰ ਕਹਿੰਦਾ 1978 ਦੇ ਵਿੱਚ कहता आपने मोटी मोटी हदीसों की किताबें ईरान से मोटी मोटी जिल्द वाली मंगवाई हैं मुजद्दद की हदीस ही झूठी है लख दी लानत बुढ़े आख्या पिया तेरे उत्ते मिर्जा ताहिर कहता कि तुम्हारी नस्लें पैदा हो जाएं वो मर जाएं खुदा की कसम कभी किसी मुजद्दद की शक्ल नहीं देखोगे लानती कुत्ता मेरे लिए दुआ करे अल्लाह ताला वो वजूद मुझे ही बना दे तुम मामा लगता सालिया हरामिया मिर्जा मसरूर कहता मुजद्दद का जिक्र ना कुरान में ना हदीस में है अब मुजद्दद इन्हां दी मौत है कुत्तियां दी इन्हां कुत्तियां दी मौत है मुजद्दद ताई तो मुजद्दद कोलों नसदे ने झूठे लानती अच्छा मरज़ाइयां जिन्नी हिम्मत नहीं है बगैरतां दे विच कि जाके इन्हां दा कंजरां दा गला फड़न खुदा ताला ने कंजर खाना नाम पवाता उन्होंने कसरे खिलाफत पाया सी नाम मिर्जा महमूद ने निदा कहती कंजर खाना खुलिया होया है बगैरत लोग झूठे लोग दुनिया के उत्ते छितर कोई मुसलमान इन्होंने सलाम लैके राजी नहीं कोई मुसलमान इन्होंने उथे जाते ने उमरा करन अजे हम उमरा करके आए हाजी करके आए और बगैर तो तुसी दसदे उन्होंने कि असीं अहमदी हैं दसो तो सही तुहानूं वड़न नहीं देणगे छितर मारनगे तुहानूं इत्थे एजेंटां कोलों पैकेज लैंदे ने वो एजेंट खुद ही लिख देते हैं मुसलमान ना मुसलमाना वाले ने उतों फिर चुप करके वापस आ जाते हैं करके वो मिर्जा मसरूर कहता मैंने तो अपनी जगह पर एक किसी शख्स को भेजकर तो मैंने हज कर लिया था मैं क्या तू अपनी जगह के उत्ते ना अपनी बीवी के कोल किसी को भेज तेरी बीवी उन्होंने कबूल कर दी कि नहीं कर दी अगर उन्हें कबूल कर लिया तो फिर तेरा हज भी कबूल हो गया होएगा लानतिया काफरा मुर्तदा फसका नाम रखा होया इस्लामाबाद नहीं फसकाबाद मुजद्दद का मुनकर फसक है लानती लोग अल्लाह ने वादा ही नहीं किया किसी मसीह के खलीफे का मसीह खुद कह रहा मैं 13वां खलीफा वा रसूल पाक सल्लल्लाहु अलैहि वसल्लम दा ये अगो ओदे खलीफे बन बैठे कुत्ती सूह पई अगो लानती कुत्ते बगैरत लोग हुण वड़ गया उत्थे जहां से निकले थे वही घुस गए हैं लानती जहां से निकले थे वही घुस गए हैं और मिर्जा मसरूर भी उत्थे ही घुसिया वे मुरबी भी सारे उत्थे ही घुस गए ने कोई कंजर बाहर नहीं आंदा मेरा सका भाणजा मुरबी है मनु कहता सी एक दफा मामू वो जो डॉक्टर होता है उसकी पढ़ाई भी 7 साल होती है MBBS की मैंने भी 7 साल पढ़ाई की हुई है मेरी पढ़ाई डॉक्टर के बराबर है मैं क्या अच्छा मैं हुण उन्होंने आख्या मैं क्या बेटा मैं कंसलटेंट बन गया वा आ मैं तेरी डॉक्टरी कढ़ा बाहर अज तक एक सवाल का जवाब नहीं किसी कंजर ने दिता मैं उन्होंने कहा मैं क्या दफा कर इस मुरबी पुणे नूं क्यों दोज़ख जाना ही इन्हां खलीफियां दे मगर लग के लेकिन हराम मूँह नूं लग गया होया वे वो अहमदियां कोलों दावतां खांदे ने तोहफे लैंदे ने मुरबी मिर्जा मसरूर इन्हां नूं मराद दिंदा वे ਉਹੀ बनी इसराइल का निज़ाम फिरौन वाला फिरौन हमान और उनके लश्कर बाज आ जावे और खुदा को राजी कर ले मिर्जा साहब का इलाम है कौन है फिरौन या खलीफे हमान कौन ने मुरबी लश्कर कौन ने है अहदेदार ਜਿਹੜੇ ਮਿੰਟ 'ਚ ਰਿਪੋर्ट ਕਰਦੇ ਨੇ ਇਸ ਲਈ ਤਾਂ ਮਰਜ਼ਾ ਹੀ ਡਰਦੇ ਨੇ ਕਾਬੂ ਕੀਤਾ ਹੋਇਆ ਜਮਾਤ ਨੂੰ ਅਸੀਰ ਕੀਤਾ ਹੋਇਆ ਵੇ ਲਾਂਤੀ ਲੋਕ नहीं दूसरी कुदरत मिर्जा साहब ने लिखा है तो अल्लाह ने की लिखा अल्लाह वड्डा है या मिर्जा साहब वड्डे ने अल्लाह कह रहा मैं रसूल पाक सल्लल्लाहु अलैहि वसल्लम दे खलीफा बनावांगा कुरान
मिर्जा साहब ने ये लिखा है, दूसरी कुदरत। और मिर्जा साहब बड़े हैं या अल्लाह बड़ा है? लानती हो मरज़इयो, क्यों छोड़ते हो लोगों नबी सल्लल्लाहु अलैहि वसल्लम की हदीस को? जो छोड़ता है छोड़ दो तुम उस खबीस को। मेरे रब ने मुझे खबर दी है कि मेरा कुंबा एक बार फिर खबासत की तरफ लौट जाएगा। 2 दफा खबीस किया है अपने कुंबे नू, और यह खबीस मुजद्दद दी हदीस नू छड़ के बैठे ने। नहीं, अब कोई मुजद्दद नहीं आएगा। क्यों भाई? मिर्जा साहब की औकात है कि उस हदीस नू मनसूख करन ਜਿਹੜੀ रसूल पाक सल्लल्लाहु अलैहि वसल्लम ने बयान की थी है, अल्लाह को इलम पा के। मिर्जा साहब की औकात है? ਉਹ ਤੇ ਉਹਨਾਂ ਦੇ ਉਸ आयत के खिलाफ तो उन्होंने दावा है कि इस आयत को गौर से पढ़कर देख लो, इसी वादे के मुताबिक मैं आया हूं। उन्होंने कोई होर आयत कोड ही नहीं की थी कि जिथों अजराए नबूवत हुंदी होवे। उन्होंने कहा नबी तो है ही कोई नहीं। इस आयत के मुताबिक मैं 13वां खलीफा हूं, आयत इस्तखलाफ के मुताबिक खलीफा रसूल पाक सल्लल्लाहु अलैहि वसल्लम दा मरज़इयो, लांतियो, बगैर तो शर्म करो, कुछ हया करो, डुब के मर जाओ। ਇਹ ਤੁਹਾਡੇ ਖਲੀਫਿਆਂ ਨੇ ਉਹਨਾਂ ਨੂੰ ਨਬੀ ਬਣਾਤਾ ਹੈ, ਛਿੱਤਰ ਖਾ ਰਹੇ ਹੋਣ। कोई नबी नहीं है रसूल पाक सल्लल्लाहु अलैहि वसल्लम तो बाद। लानतियो, सीधे जाते हो खुलफा राशिदीन ते, रसूल पाक सल्लल्लाहु अलैहि वसल्लम दी तो इनकार दे हो बगैर तो। ਤੁਹਾਡਾ ਕੀ तलक इस्लाम नाल? कोई तलक नहीं ਤੁਹਾਡਾ। अगर कोई मुसलमान मिर्जा साहब के खिलाफ बोलता वे, ਤੁਹਾਡੀ ਤੇ ਜੁਰਤ ही नहीं होना चाहिए कि ਤੁਸੀਂ शातमियत वाले पासे जाओ, क्योंकि ਤੁਹਾਡਾ तलक ही कोई नहीं ना रसूल पाक सल्लल्लाहु अलैहि वसल्लम नाल, ना अल्लाह नाल, ना खुलफा राशिदीन नाल। ਤੁਸੀਂ ਤੇ ਇਹਨਾਂ ਦੇ ਨਾਮ ਦੇ ਉੱਤੇ ਚੰਦੇ ਖਾ ਰਹੇ ਹੋ। एक अरसा हो गया 1914 तो चंदे खा रहे हो। और जदों का कुत्ता टकरिया जमात में उन्हें हाईजैक किया। वो कुत्ता है, कुत्ते के हिंसे पे मरेगा, मरिया कुत्ते के हिंसे थे। 1914 तो लैके 1965 लाओ 51 साल 8 महीने 52 के हिंसे पे मरेगा। लांतियो, बगैर तो मरज़इयो, अखां खोलो अपनियां। तुहानू लुट के खा गया मिर्जा खानदान, लुट के खा गया। तलीम बदल दी मिर्जा साहब की। फिर भी इन्होंने बगैरतां दी तारक चौहान साहब की मजिला मशरूर के नाल फोटो सी। अकबर खान लानत भेज। मैं कहा हाँ, मैं लानत भेजना वा कि जड़ा मुजद्दद ज़हूर तो बाद जड़े मेरे बजुर्ग चाचा, मेरा भी 2 चाचे ने, फुफियां ने, मेरे भैन भरा ने, मैं सब ते लानत भेजना। तुसी मरज़इयो भेजो, गल्ला फड़ो जाके मरज़इयो इन्हां कुत्ते खलीफियां दा, इन्हां लानतियां दा। तुहाडे च जुरत नहीं हैगी, तुसी नहीं कर सकते काम, क्योंकि तुहाडी हवा निकलदी है। अखराज ना हो जाए, मुकातिया ना हो जाए। और इस सूरा नू छड़ दिओ, ये बगैरत सूअर ने। मैं एक बियाबान जंगल में हूं, बहुत से वहशी दरिंदे मेरे इर्द गिर्द हैं, सूअर और बंदर। मैं उससे ये इस्तदलाल करता हूं कि ये जमात अहमदिया के लोग हैं। पयामे सुलह सफ़ा नंबर 15। ओ बांदरों ते सूरो बाज आ जाओ। लानतियो, वो मुसलमानों को कहते हो कि आसमान के नीचे बदतरीन मखलूक बंदर और सूअर। मिर्जा साहब तो तुहानू कह के गए ने। लानतियो, बगैरत। आज सवेरे सवेरे मैनू फोन आ गया अमेरिका तो। अस्सलाम वालेकुम मेरे तमाम सुन्नी मुसलमानों को, क्या हाल है जी? अफजल वड़ाई साहब कैसे हैं? अफजल वड़ाई साहब क्या हाल है, कैसे हैं? ठीक ठाक है? क्यों ऑन कर रहा है?